गेट के बाहर कटाणी ते बब्बू दोने आए 800 कार ਦੇ ਵਿੱਚ ਉਹਦੀ ਇਹ ਗੱਲਾਂ 'ਚ ਕਦੇ ਕਿਸੇ ਨਾਲ ਸਾਹਮਣੇ ਹੋਈਆਂ ਨਹੀਂ ਜਿਹੜੀਆਂ ਅੱਜ ਮੈਂ ਤੁਹਾਨੂੰ ਦੱਸੂੰ। ਕਟਾਣੀਆਂ ਮੇਰੇ ਕੋਲ ਬੰਟੀ ਮੈਸ ਨੂੰ ਲੈ ਕੇ ਆਇਆ ਸੀ। ਇਹ ਦੋਵੇਂ ਬੰਦੇ ਬੱਬੇ ਦੋਨੇ ਇਹ ਮੈਂ ਬੱਬੂ ਨੂੰ ਬੁਲਾਇਆ, ਮੈਂ ਵੀਰੇ ਟੇਪ ਕਰ ਲਾਂਗੇ ਬਟ ਤੈਨੂੰ ਐਗਰੀਮੈਂਟ ਕਰਨਾ ਪੈਣਾ। ਕਹਿੰਦਾ ਕਿੰਨੇ ਸਾਲ ਦਾ? ਮੈਂ 5 ਸਾਲ। ਸੋ ਇੱਕੋ ਦਿਨ ਐਗਰੀਮੈਂਟ ਹੁੰਦਾ, ਉਸੇ ਦਿਨ ਬੱਬੂ ਦਾ, ਉਸੇ ਦਿਨ ਹਰਭਜਨ ਸ਼ੇਰੇ ਦਾ ਤੇ ਉਸੇ ਦਿਨ ਕੁਲਵੀਰ ਦਾ। ਜੇ ਤੈਨੂੰ ਪਹਿਲਾ ਗਾਣਾ ਆਉਂਦਾ ਇਹਦਾ ਨੀਂਦਰਾਂ ਨਹੀਂ ਆਉਂਦੀਆਂ ਤੇ ਰਾਤ ਨੂੰ ਮੇਰੇ ਕੋਲ ਖੰਨੇ ਸਟੇ ਕੀਤੀ ਹੋਈ ਸੀ ਨੇ। ਤੀਜੇ ਇੱਕ ਸ਼ੋਅ ਤੋਂ ਬਾਅਦ ਬੱਬੂ ਦੀ ਇੱਕ ਦਿਨ ਮੈਨੂੰ ਕਾਲ ਆਉਂਦੀ ਆ ਕਿ ਵੀਰੇ ਮਿਲ ਕੇ ਜਾ ਮੈਨੂੰ। ਮੈਂ ਭਾਜੀ ਨੂੰ ਕਿਹਾ, ਮੈਂ ਵੀ ਭਾਜੀ ਟਨ ਦੀ ਆਵਾਜ਼ ਆਈ ਹੈ ਤੇ ਕੁਛ ਗੜਬੜ ਹੈ। ਕਹਿੰਦੇ ਕੀ? ਮੈਂ ਤੁਹਾਨੂੰ ਆ ਕੇ ਦੱਸਦਾ। ਮੈਂ ਗੱਡੀ ਚੱਕੀ, ਇਹ 10 ਫੇਸ 'ਚ ਰਹਿੰਦੇ ਸੀ ਬੱਬੂ। ਯੂਜ਼ ਐਂਡ ਥਰੋ ਵਾਲਾ ਹੀ ਹੈ ਕਿ ਮੇਰਾ ਕੰਮ ਐਤਕੀ ਨਿਕਲ ਗਿਆ, ਅਗਲੀ ਵਾਰ ਮੈਂ ਕੋਈ ਵੱਡਾ ਨਾ ਹੋਰ ਫੜਾ। ਹੁਣ ਅੱਜ ਜੋ ਮਰਜ਼ੀ ਜਿਹੜਾ ਮਰਜ਼ੀ ਬੰਦਾ ਕੋਈ ਮੁੱਕਰ ਜਾਂ ਕੁਛ ਕਹਿ ਦੇਵੇ, ਮੇਰੇ ਕੋਲ ਇਹ ਉਹ ਗੱਲਾਂ ਨੇ ਜਿਹੜੀਆਂ ਸੱਚੀਆਂ ਮੈਂ ਸੁਣੀਆਂ ਨੇ, ਜੋ ਕੰਨਾਂ ਨਾਲ ਸੁਣੀਆਂ ਨੇ, ਉਹੀ ਮੈਂ ਤੁਹਾਨੂੰ ਦੱਸ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਦਾ ਪ੍ਰੋਗਰਾਮ ਸੱਤ ਰੰਗ ਸੈਲੀਬ੍ਰਿਟੀ। ਤੇ ਸੱਤ ਰੰਗ ਸੈਲੀਬ੍ਰਿਟੀ ਦੇ ਵਿੱਚ ਤੁਸੀਂ ਮੇਰੇ ਨਾਲ ਹਮੇਸ਼ਾ ਹੀ ਖਾਸ ਸੈਲੀਬ੍ਰਿਟੀਜ਼ ਨੂੰ ਦੇਖਦੇ ਹੋ ਤੇ ਅੱਜ ਦੇ ਸਾਡੇ ਇਸ ਐਪੀਸੋਡ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ ਮੇਰੇ ਨਾਲ, ਜਿਨ੍ਹਾਂ ਨੇ ਕਿ ਆਪਣੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਭੰਗੜੇ ਤੋਂ ਸ਼ੁਰੂਆਤ ਕੀਤੀ ਤੇ ਭੰਗੜੇ ਦੇ ਵਿੱਚ ਉਹ 4 ਯੂਨੀਵਰਸਿਟੀ ਦੇ ਟੌਪਰ ਰਹੇ ਤੇ ਉਸ ਤੋਂ ਬਾਅਦ ਐਜ਼ ਅ ਮਿਊਜ਼ਿਕ ਡਾਇਰੈਕਟਰ ਉਹਨਾਂ ਨੇ ਬਹੁਤ ਹਿੱਟ ਗਾਣੇ ਦਿੱਤੇ। ਤੇ ਲਿਰਿਸਿਸਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਗਾਣਾ ਤਾਂ ਇੱਕੋ ਦਿੱਤਾ ਪਰ ਹਰ ਇੱਕ ਦੀ ਜ਼ੁਬਾਨ ਤੇ ਹੈ। ਤੇ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਐਕਟਿੰਗ ਦੀ, ਤਾਂ ਐਕਟਿੰਗ ਦੇ ਵਿੱਚ ਵੀ ਉਹਨਾਂ ਨੂੰ ਘੋੜਾ ਸ਼ੂਟਰ ਦੇ ਨਾਂ ਨਾਲ ਪੂਰੀ ਦੁਨੀਆ ਜਾਣਦੀ ਹੈ। ਸੋ ਮੈਂ ਸਵਾਗਤ ਕਰਦਾ ਜੀ ਡੇਵਿਡ ਸਿੰਘ ਬਾਈ ਦਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਭ ਤੋਂ ਪਹਿਲਾਂ ਸੱਤ ਰੰਗ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਭਾਈ ਕਿਵੇਂ ਲਾਈਫ? ਬਹੁਤ ਵਧੀਆ ਵੀਰੇ। ਪਹਿਲਾਂ ਧੰਨਵਾਦ, ਮੈਨੂੰ ਅੱਜ ਤੁਸੀਂ ਇਸ ਪਾਸੇ ਬਿਠਾਤਾ ਹੈ। ਕੁਛ ਨਾ ਕੁਛ ਤਾਂ ਚੇਂਜ ਹੋਣਾ ਚਾਹੀਦਾ ਨਾ। ਵੱਖਰਾ ਹੋ ਗਿਆ ਇਸ ਐਪੀਸੋਡ ਦੀ ਪਹਿਲੇ ਜਿਹੜੀ ਸ਼ੁਰੂਆਤ ਦੇਖ ਲਓ, ਮੈਨੂੰ ਅੱਜ ਇੱਧਰ ਬਿਠਾਤਾ ਭਾਈ। ਮੈਂ ਜਿੰਨੀ ਵਾਰ ਵੀ ਦੇਖਿਆ ਸੱਤੀ ਨੂੰ ਇਸ ਚੇਅਰ ਤੇ ਹੁੰਦਾ, ਮੈਂ ਮੇਰੀ ਸ਼ਰਤ ਸੀ, ਮੈਂ ਵੀ ਸੱਤੀ ਉਧਰ ਜਾਣਾ ਪੈਣਾ, ਮੈਂ ਤਾਂ ਇੱਧਰ ਹਾਂ, ਹੈ ਨਾ। ਪਰ ਬਹੁਤ ਵਧੀਆ ਲੱਗਿਆ, ਮੈਨੂੰ ਖੁਸ਼ੀ ਵੀ ਹੈ, ਮੈਨੂੰ ਮਾਣ ਦੀ ਗੱਲ ਹੈ ਵੀ ਮੇਰੇ ਕਰਕੇ ਤੁਸੀਂ ਸੀਟ ਚੇਂਜ ਕੀਤੀ ਇੱਧਰੋਂ। ਸਹੀ ਗੱਲ ਹੈ ਭਾਈ, ਇਹ ਪਿਆਰ ਹੁੰਦਾ ਹੈ ਨਾ, ਤੁਹਾਡੇ ਨਾਲ ਪਿਆਰ ਹੈ ਤਾਂ ਆਪਾਂ ਜਦੇ ਕੰਪਰੋਮਾਈਜ਼ ਕਰ ਲੈਂਦੇ, ਨਹੀਂ ਆਪਾਂ ਕਰਦੇ ਨਹੀਂ। ਕੀ ਬਾਤ। ਚਲੋ ਤੇ ਭਾਈ ਹੋਰ ਸਭ ਪਰਿਵਾਰ ਠੀਕ ਹੈ? ਕਿਰਪਾ ਵੀਰੇ। ਤੇ ਲਾਈਫ ਕਿਵੇਂ ਨਿਕਲ ਰਹੀ ਹੈ ਅੱਜ? ਜ਼ਿੰਦਗੀ ਖੂਬਸੂਰਤ ਹੈ, ਬਹੁਤ ਵਧੀਆ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਚਲੋ ਵਧੀਆ। ਤੇ ਭਾਈ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਮੈਂ ਸ਼ੁਰੂ ਤੋਂ ਮਤਲਬ ਕਿ ਦੇਖਦਾ ਨਾ, ਜਦੋਂ ਵੀ ਤੁਹਾਨੂੰ ਕਿਤੇ ਮੁਲਾਕਾਤ ਹੁੰਦੀ ਹੈ ਤੁਹਾਡੇ ਨਾਲ ਤਾਂ ਤੁਸੀਂ ਮੈਨ ਇਨ ਬਲੈਕ ਵਾਲਾ ਹੀ ਰੂਪ ਧਾਰਿਆ ਹੁੰਦਾ। ਕੀ ਚੱਕਰ ਹੈ? ਬਲੈਕ ਮੇਰਾ ਫੇਵਰੇਟ ਹੈ ਵੀਰੇ। ਅੱਛਾ ਜੀ। ਹਾਂ, ਇਹ ਤੇ ਸ਼ੁਰੂ ਤੋਂ ਹੀ ਵਧੀਆ ਲੱਗਿਆ ਮੈਨੂੰ, ਇਹ ਕਲਰ ਅਟਰੈਕਟ ਕਰਦਾ। ਤੇ ਵਿਲਨ ਵੀ ਮੈਂ ਤਾਂ ਹੀ ਬਣਨਾ ਚਾਹੁੰਦਾ ਕਿ ਉਹ ਵੀ ਬਲੈਕ ਸ਼ੇਡ ਹੁੰਦੀ ਹੈ ਜੀ। ਹਾਂ, ਇਸ ਕਰਕੇ ਤੁਹਾਡੀ ਪਰਸਨੈਲਿਟੀ ਨੂੰ ਵੈਸੇ ਵੀ ਭਾਈ ਬਹੁਤ ਸੂਟ ਕਰਦਾ। ਤੇ ਭਾਈ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਇਸ ਪਾਸੇ ਨੂੰ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਿੱਦਾਂ ਐਂਟਰੀ ਹੋਈ, ਕਿਉਂਕਿ ਇੰਨੇ ਰੋਲ ਮਿਊਜ਼ਿਕ ਡਾਇਰੈਕਟਰ ਵੀ ਹੈ ਨਾ, ਪਹਿਲਾਂ ਭੰਗੜੇ ਤੋਂ ਸ਼ੁਰੂਆਤ ਕਰੀ, ਉਸ ਤੋਂ ਬਾਅਦ ਫਿਰ ਐਕਟਿੰਗ ਦੇ ਵਿੱਚ ਵੀ ਰੋਲ, ਤੁਹਾਡਾ ਕਰੈਕਟਰ ਜਿੰਨੇ ਵੀ ਤੁਸੀਂ ਅੱਜ ਤੱਕ ਨਿਭਾਏ ਸਾਰੇ ਲੋਕਾਂ ਨੂੰ ਯਾਦ ਨੇ। ਤੇ ਕਿੱਦਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਸ਼ੁਰੂਆਤ ਹੋਈ? ਬਰੀਫ ਕਰਦੇ ਸਿੱਧਾ ਹੀ ਕਿ 8ਵੀਂ ਕਿ ਮੈਨੂੰ ਯਾਦ ਆ ਰਿਹਾ ਕਿ 8ਵੀਂ 9ਵੀਂ ਦੀ ਗੱਲ ਆ, ਮੈਂ ਟੀਵੀ ਤੇ ਫਿਲਮ ਦੇਖ ਰਿਹਾ ਸੀਗਾ ਤੇ ਉਹ 'ਚੋਂ ਕੋਈ ਕਰੈਕਟਰ ਮੈਨੂੰ ਕੋਈ ਵਧੀਆ ਲੱਗਿਆ, ਉਹ ਸੀ ਨੈਗੇਟਿਵ ਸ਼ੇਡ ਦਾ ਸੀਗਾ। ਤੇ ਉੱਥੋਂ ਮੇਰੇ ਮਾਈਂਡ 'ਚ ਆਇਆ ਕਿ ਯਾਰ ਫਿਲਮਾਂ 'ਚ ਜਾਣਾ ਚਾਹੀਦਾ ਮੈਨੂੰ, ਹੈ ਨਾ, ਵੀ ਜਾਊਂਗਾ ਮੈਂ ਜੀ। ਤੇ ਨੈਗੇਟਿਵ ਮੈਂ ਐਜ਼ ਅ ਵਿਲਨ ਕੰਮ ਕਰੂੰਗਾ ਉਹਦੇ 'ਚ ਜੀ। ਬਟ ਕਿਵੇਂ ਕਰਨਾ ਕੋਈ ਪਤਾ ਨਹੀਂ, ਨਾ ਸਾਡੇ ਕੋਲ ਗੂਗਲ ਬਾਬਾ ਸੀ ਉਸ ਟਾਈਮ, ਹੈ ਨਾ। ਸਹੀ ਗੱਲ ਹੈ। ਕਿ ਕਿਵੇਂ ਅਪਰੋਚ ਕਰਾਂ, ਕਿਹਨੂੰ ਮਿਲਾਂ, ਕਿੱਥੇ ਜਾ ਕੇ ਟ੍ਰੇਨਿੰਗ ਲਵਾਂ, ਕੁਝ ਵੀ ਨਹੀਂ ਸੀ, ਕੁਝ ਨਹੀਂ ਸੀ ਪਤਾ, ਐਨ ਬਲੈਂਕ ਜੀ। ਐਕਸਪੋਜ਼ਰ ਹੈ ਨਹੀਂ ਸੀਗਾ। ਹੁਣ ਤਾਂ ਹਰ ਇੱਕ ਘਰ ਦੇ ਵਿੱਚ ਇੱਕ ਐਕਟਰ, ਇੱਕ ਸਿੰਗਰ, ਇੱਕ ਮਿਊਜ਼ਿਕ ਡਾਇਰੈਕਟਰ, ਇੱਕ ਐਡੀਟਰ, ਇੱਕ ਡਾਇਰੈਕਟਰ, ਸਾਰਾ ਕੁਝ ਹਰ ਇੱਕ ਘਰ 'ਚ ਸਾਰੇ ਹੀ ਚੱਕਦੇ ਸੀ। ਸਾਰੇ ਚੱਕਦੇ, ਗੱਲ ਉਹੀ ਹੈ ਨਾ। ਉਸ ਟਾਈਮ ਦੂਰ ਦੂਰ ਤੱਕ ਨਹੀਂ ਸੀ ਦਿਖਦਾ ਕਿ ਕਿਹਨੂੰ ਅਸੀਂ ਮਿਲੀਏ ਜਾ ਕੇ ਜੀ। ਸੋ ਫਿਰ ਸੋਚਿਆ ਮੈਂ ਕੁਝ ਗਰੁੱਪ ਐਂਟਰੀ, ਗਰੁੱਪ ਦੇ ਵਿੱਚ ਮੈਂ ਸਟੇਜ 'ਤੇ ਕਿਤੇ ਚੜ੍ਹਾਂ ਜੀ। ਪਰ ਕਿਵੇਂ ਚੜ੍ਹਾਂ ਕੁਝ ਨਹੀਂ ਸੀ ਪਤਾ। ਫਿਰ ਜਦੋਂ ਕਾਲਜ 'ਚ ਗਿਆ ਤਾਂ ਮੈਂ ਇੱਕ ਮੌਕਾ ਮੈਨੂੰ ਮਿਲਿਆ ਕਿ ਪਤਾ ਲੱਗਿਆ ਕਿ ਇਹਨਾਂ ਨੂੰ ਟੀਮ 'ਚ ਭੰਗੜੇ ਦੇ ਮੁੰਡੇ ਕੁਛ ਚਾਹੀਦੇ ਨੇ। ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਗੱਲ ਹੈ। ਮੈਂ ਜੀ ਇੱਦਾਂ ਵਧੀਆ ਮੌਕਾ ਨਹੀਂ ਮਿਲਣਾ ਹੈਗਾ, ਟੀਮ ਨਾਲ ਸਟੇਜ 'ਤੇ ਐਂਟਰੀ ਕਰਦੇ ਹਾਂ, ਹੌਲੀ ਹੌਲੀ ਜੱਗ ਖੁੱਲ੍ਹ ਜੂਗੀ ਅਤੇ ਅੱਗੇ ਪਲੇ ਵੱਲ ਵੱਧ ਜਾਵਾਂਗੇ ਜਾਂ ਥੀਏਟਰ ਕਰ ਲਾਂਗੇ ਜਾਂ ਫਿਲਮਾਂ ਵੱਲ, ਕਿੱਧਰ ਨੂੰ ਜਾਣਾ ਕੋਈ ਪਤਾ ਨਹੀਂ ਹਜੇ। ਬਟ ਇੱਕ ਵਾਰ ਸਟੇਜ 'ਤੇ ਐਂਟਰੀ ਕਰਦੇ ਹਾਂ। ਸੋ ਉਹਨਾਂ ਨੂੰ 2 ਮੁੰਡਿਆਂ ਦੀ ਲੋੜ ਸੀਗੀ ਤੇ ਮੈਂ ਉਸ ਤੋਂ ਪਹਿਲਾਂ ਜ਼ਿੰਦਗੀ 'ਚ ਕਦੇ ਨੱਚਿਆ ਨਹੀਂ ਸੀਗਾ। ਅੱਛਾ ਜੀ। ਨਾ ਘਰੇ, ਨਾ ਵਿਆਹ 'ਚ, ਨਾ ਸ਼ੀਸ਼ੇ ਦੇ ਸਾਹਮਣੇ, ਕਿਤੇ ਵੀ। ਪਹਿਲੀ ਵਾਰ ਮਤਲਬ ਕਿ ਜ਼ਿੰਦਗੀ ਦਾ ਤਜਰਬਾ ਹੋਣ ਲੱਗਿਆ ਸੀ। ਹਾਂ, ਤਜਰਬਾ ਹੋਣ ਲੱਗਿਆ ਸੀ। ਉੱਥੋਂ ਮੈਨੂੰ ਇੱਕ ਪਤਾ ਲੱਗਿਆ ਕਿ ਸਾਡਾ ਮੁੰਡਾ ਹੁੰਦਾ ਸੀ, ਮੇਰਾ ਜੂਨੀਅਰ ਸੀਗਾ ਸੰਧੂ। ਅੱਛਾ ਜੀ। ਮੰਡੀ ਗੋਬਿੰਦਗੜ੍ਹ ਤੋਂ। ਤੇ ਮੈਂ ਉਹਨੂੰ ਕਿਹਾ ਕਿ ਯਾਰ ਤੈਨੂੰ ਭੰਗੜਾ ਆਉਂਦਾ, ਤੂੰ ਮੈਨੂੰ ਭੰਗੜਾ ਸਿਖਾ ਦੇ। ਉਹਨੇ 2 ਕੁ ਦਿਨ ਮੈਨੂੰ ਬੇਸਿਕਸ ਜੇ 4 ਸਟੈਪ ਜਾਂ 4 ਜਾਂ 6 ਜੋ ਵੀ ਹੈ ਤੇ ਉਹ ਸਿਖਾਏ। ਤੇ ਉਸ ਤੋਂ ਬਾਅਦ ਅਸੀਂ ਟਰਾਇਲ ਦਿੱਤੇ। 30-32 ਮੁੰਡੇ ਸੀਗੇ, ਉਹਨਾਂ 'ਚ ਉਹਨਾਂ ਨੇ 2 ਮੁੰਡੇ ਰੱਖਣੇ ਸੀਗੇ
ਸੋ ਮੇਰਾ 4 'ਚ ਨਾਂ ਆ ਗਿਆ, 2 ਉਹਨਾਂ ਨੇ ਸਪੇਅਰ ਰੱਖ ਲਏ, 2 ਫਾਈਨਲ 'ਚ ਜਿਹੜੇ ਮੇਨ ਟੀਮ 'ਚ ਜਿਹੜੇ ਸਿਲੈਕਟ ਹੋਣੇ ਸੀਗੇ, ਤੇ ਉਹ ਕਰਦੇ ਕਰਾਉਂਦੇ ਮੈਂ 8 'ਚ ਆ ਗਿਆ। ਅੱਛਾ ਜੀ। ਹਾਂਜੀ। ਸੋ ਉਸ ਤੋਂ ਬਾਅਦ ਬੇਲਾ ਕਾਲਜ ਆਪਣੇ ਰੋਪੜ ਡਿਸਟ੍ਰਿਕਟ ਆਪਣੇ, ਤੇ ਉੱਥੇ ਸਾਡਾ ਫੈਸਟੀਵਲ ਸੀਗਾ, ਯੂਥ ਫੈਸਟੀਵਲ। ਉੱਥੇ ਪਰਫਾਰਮ ਕੀਤਾ ਤੇ ਮੈਂ ਨੱਚਿਆ ਬਹੁਤ ਸੰਗਦੇ। ਅੱਛਾ ਜੀ। ਤੇ ਕਿਸੇ ਨਾਲ ਆਈ ਕੰਟੈਕਟ ਨਹੀਂ ਮੇਰਾ ਹੋਇਆ ਸਾਹਮਣੇ ਆਡੀਅנס ਨਾਲ, ਬਸ ਨੱਚ ਲਿਆ ਮੈਂ 8-10 ਮਿੰਟ ਨੱਚਿਆ ਬਸ। ਤੇ ਜਦੋਂ ਸਟੇਜ ਤੋਂ ਨੀਚੇ ਉਤਰੇ ਤਾਂ ਇੱਕ ਸਟੇਜ ਤੇ ਇੱਕ ਬਾਈ ਜੀ ਖੜੇ ਸੀਗੇ, ਕੋਈ ਮੈਨੂੰ ਹੁਣ ਸ਼ਕਲ ਨਹੀਂ ਯਾਦ, ਬਟ ਉਹਨਾਂ ਦੇ ਸ਼ਬਦ ਮੇਰੇ ਇਨਵਰਟਡ ਕੋਮਾਸ ਦੇ ਵਿੱਚ ਯਾਦ ਨੇ। ਕਹਿੰਦੇ ਯਾਰ ਮਾਤਾ ਗੁਜਰੀ ਕਾਲਜ ਦੀ ਟੀਮ ਬਹੁਤ ਸੋਹਣਾ ਨੱਚੀ ਹੈ, ਤੇ ਮੇਰੇ ਥਾਪੀ ਮਾਰ ਕੇ ਕਹਿੰਦੇ ਬਸ ਆਹ ਬਾਈ ਥੋੜਾ ਢਿੱਲਾ ਹੈ ਨਾ। ਸੋ ਉਹ ਵਧੀਆ, ਉਹਨੇ ਇੱਕ ਵਧੀਆ ਮੰਤਰ ਵਾਲਾ ਕੰਮ ਕੀਤਾ ਮੇਰੇ ਲਈ ਉਹ ਸ਼ਬਦਾਂ ਨੇ ਜੀ, ਤੇ ਮੈਂ ਪੋਜ਼ਿਟਿਵਲੀ ਉਹਨੂੰ ਲਿਆ ਤੇ ਮਿਹਨਤ ਕੀਤੀ। ਤੇ ਉਸ ਤੋਂ ਬਾਅਦ 8 ਸਾਲ ਭੰਗੜਾ ਪਾਇਆ, 1 ਸਾਲ ਸਾਡੀ ਟੀਮ ਸੈਕੰਡ ਆਈ ਹੈ, ਤੇ ਉਸ ਤੋਂ ਬਿਨਾਂ ਜ਼ੋਨਲ, ਇੰਟਰ ਜ਼ੋਨਲ, ਇੰਟਰਵਰਸਿਟੀ ਹਰ ਇੱਕ ਜਗ੍ਹਾ ਤੇ ਸਾਡੀ ਟੀਮ ਫਸਟ ਹੈ, ਤੇ ਹਰ ਇੱਕ ਜਗ੍ਹਾ ਤੋਂ ਆਲਮੋਸਟ ਬੈਸਟ ਡਾਂਸਰ ਦਾ ਟਾਈਟਲ ਥੋੜੇ ਵੀਰ ਕੋਲ ਹੁੰਦਾ ਸੀਗਾ। ਕੀ ਬਾਤ ਹੈ। ਮਤਲਬ ਕਿ ਉਹ ਇੱਕ ਲਾਈਨ ਨੇ, ਉਹਨਾਂ ਜਿਹੜੇ ਉਹ ਇਨਸਾਨ ਸੀਗੇ, ਉਹਨਾਂ ਦੀ ਇੱਕ ਲਾਈਨ ਨੇ ਤੁਹਾਡੀ ਜ਼ਿੰਦਗੀ ਬਦਲਤੀ ਭੰਗੜੇ ਦੇ ਵਿੱਚ। ਆਪਾਂ ਜੇ ਗੱਲ ਕਰੀਏ ਤੇ ਭਾਜੀ, ਜੇ ਆਪਾਂ ਹੁਣ ਭੰਗੜੇ ਦੇ ਵਿੱਚ ਗੱਲ ਕਰੀਏ, ਕਿਉਂਕਿ ਤਕਰੀਬਨ ਜਿਹੜੇ ਆਪਣੀ ਮਿਊਜ਼ਿਕ ਇੰਡਸਟਰੀ ਦੇ ਵੀ ਬੰਦੇ ਹੁੰਦੇ ਹਨ ਪਹਿਲਾਂ ਤਾਂ, ਕਿਉਂਕਿ ਇਹੀ ਚੀਜ਼ਾਂ ਜ਼ਿਆਦਾ ਮੇਨ ਹੁੰਦੀਆਂ ਸੀ, ਕਲਚਰਲ ਐਕਟੀਵਿਟੀਜ਼ ਦੇ ਵਿੱਚ ਭੰਗੜਾ, ਗਿੱਧਾ ਆ ਗਿਆ, ਇਹੀ ਜ਼ਿਆਦਾ ਮੇਨ ਹੁੰਦਾ ਸੀਗਾ। ਤੇ ਤੁਹਾਡੇ ਨਾਲ ਹੋਰ ਕਿਹੜੇ ਨਾਲ ਆਰਟਿਸਟ ਹੋਰ ਵੀ ਕੋਈ ਸੀਗਾ? ਜੇ ਆਪਾਂ ਆਰਟਿਸਟਾਂ ਦੀ ਗੱਲ ਕਰੀਏ, ਕੋਈ ਬੈਚਮੇਟ ਜਾਂ ਐਸਾ ਰਿਹਾ ਕੋਈ ਇਸ ਟਾਈਮ ਦੇ ਹਿਸਾਬ ਨਾਲ? ਬਾਈ ਸਤਵਿੰਦਰ ਬੁੱਗਾ, ਸਾਡੀ ਦੋਹਾਂ ਦੀ ਜੋੜੀ ਹੁੰਦੀ ਸੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ। ਸਾਡਾ ਪੇਅਰ ਹੁੰਦਾ ਸੀ ਜਿਹੜਾ ਅਸੀਂ ਲੀਡ ਕਰਦੇ ਸੀ, ਤੇ ਪਲੇਬੈਕ ਤੇ ਬਾਈ ਸੁਰਜੀਤ ਬਿੰਦ ਰਖੀਆ, ਬੋਲੀਆਂ ਤੇ। ਇਹ ਸਭ ਤੋਂ ਬੈਸਟ ਟੀਮ ਸੀ ਸਾਡੀ, ਇਹਨਾਂ ਦਾ ਸਾਥ ਦੇਖਿਆ ਮੈਂ, ਹੈ ਨਾ, ਮਾਣਿਆ। ਉਸ ਤੋਂ ਬਾਅਦ ਬਿੰਨੂ ਢਿੱਲੋਂ, ਉਹ ਯੂਨੀਵਰਸਿਟੀ ਟੀਮ 'ਚ ਮੇਰੇ ਨਾਲ ਸੀਗਾ। KS ਮੱਖਣ, ਕੀ ਬਾਤ ਹੈ। ਬਾਈ ਸਰਬਜੀਤ ਚੀਮਾ, ਉਹ ਸੀਨੀਅਰ ਉਹ ਆ ਜਾਂਦੇ ਨੇ, ਹੈ ਨਾ। ਤੇ ਹੋਰ ਵੀ ਕਾਫੀ ਆਰਟਿਸਟ ਨੇ, ਬਲਕਾਰ ਸਿੱਧੂ, ਉਹਨੇ ਬੋਲੀਆਂ ਪਾਈਆਂ ਨੇ। ਵੈਸੇ 뮤직 ਲਾਈਨ ਦੇ ਵਿੱਚ ਸਮਕਾਲੀ ਰਹੇ, ਤੇ ਵੈਸੇ ਵੀ ਉੱਥੇ ਭੰਗੜੇ ਦੇ ਵਿੱਚ ਵੀ ਆਲਮੋਸਟ ਯੂਨੀਵਰਸਿਟੀ ਦਾ ਸਾਡਾ ਸੇਮ ਹੀ ਦੌਰ ਸੀਗਾ। ਭਗਵੰਤ ਵੀ ਜੂਨੀਅਰ ਸੀਗਾ, ਰਾਣਾ ਰਣਵੀਰ ਵੀ ਜੂਨੀਅਰ ਸੀਗਾ। ਉਹ ਤੋਂ ਬਾਅਦ ਕਿਤੇ ਨਾ ਕਿਤੇ ਫਿਰ ਤੁਹਾਨੂੰ ਈਜ਼ੀ ਵੀ ਹੋ ਗਿਆ ਹੋਣਾ। ਮੈਂ ਕਹਿੰਦਾ ਜੇ ਤੁਹਾਡੇ ਇੰਨੇ ਬੰਦੇ, ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਕਿਹਦਾ ਲੱਕ ਚਮਕਿਆ, ਜਿਹੜੇ ਨਾਮ ਤੁਸੀਂ ਲਏ ਇਹਨਾਂ ਚੋਂ? ਬਾਈ ਸਭ ਤੋਂ ਪਹਿਲਾਂ ਸੁਰਜੀਤ ਬਿੰਦ ਰਖੀਆ। ਅੱਛਾ ਜੀ। ਕਿਆ ਬਾਤ। ਉਸ ਟਾਈਮ ਤੋਂ ਥੋੜ੍ਹੇ ਟਾਈਮ ਬਾਅਦ ਉਹਨੇ ਟੇਪ ਆ ਗਈ, ਮੁੰਡਾ ਕੀ ਮੰਗਦਾ। ਮੈਨੂੰ ਯੂਨੀਵਰਸਿਟੀ ਸੁਣਾਉਣ ਆਏ ਸੀਗੇ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਉਹਨੇ ਮੈਨੂੰ ਗੱਡੀ ਦੇ ਵਿੱਚ ਮੈਨੂੰ ਕਹਿੰਦੇ ਟੇਪ ਕਰਕੇ ਆਇਆ ਮੈਂ, ਤੇ ਸੁਣ ਗਾਣੇ। ਉਹ ਸੁਣੇ ਮੈਂ ਉਹਨਾਂ ਦੇ, ਮੁੰਡਾ ਕੀ ਮੰਗਦਾ, ਤੇ ਉਹ ਸਾਰੇ ਗਾਣੇ ਹਿੱਟ ਸੀ। ਉਹ ਫਿਰ ਰਾਤੋਂ ਰਾਤ ਤੇ ਫਿਰ ਬਾਈ ਸਟਾਰ ਸੀਗੇ, ਤੁਹਾਨੂੰ ਪਤਾ ਹੀ ਹੈ। ਉਸ ਤੋਂ ਅਗਲਾ ਨੰਬਰ ਸੀ ਬਾਈ ਸਤਵਿੰਦਰ ਬੁੱਗੇ ਦਾ, ਲਾਈਆਂ ਯਾਰਾਂ ਨੇ ਮਹਿਫਲਾਂ, ਵਿਸਕੀ ਦੇ ਦੌਰ ਗਏ ਖੁੱਲ੍ਹਣੀ, ਉਹ ਉਹਨਾਂ ਦੀ ਟੇਪ ਸੀਗੀ। ਉਹ ਵੀ ਮੈਨੂੰ ਖੰਨੇ ਸੁਣਾਉਣ ਆਏ ਸੀਗੇ ਜੀ। ਓਪਨ ਜੀਪ ਦੇ ਵਿੱਚ ਆਇਆ, ਮੈਨੂੰ ਕਹਿੰਦਾ ਦਵਿੰਦਰ ਮੈਂ ਟੇਪ ਰਿਕਾਰਡ ਕਰਕੇ ਆਇਆ, ਤਾਂ ਉਹਨਾਂ ਨੇ ਟੇਪ ਸੁਣਾਈ ਮੈਨੂੰ, ਤੇ ਮੈਂ ਲੱਕੀ ਰਿਹਾ, ਮੈਂ ਸੁਣਦਾ ਰਿਹਾ ਯਾਰ। ਤੁਸੀਂ ਹੁਣ ਜਿਵੇਂ ਕਹਿ ਰਹੇ ਕਿ ਸ਼ੁਰੂਆਤ ਦੇ ਵਿੱਚ ਜੇ ਗੱਲ ਕਰੀਏ, ਤੁਸੀਂ ਜਦੋਂ ਬਚਪਨ ਤੋਂ ਵਿੱਚ ਸੋਚਦੇ ਸੀਗਾ ਕਿ ਐਜ਼ ਅ ਵਿਲਨ ਮੈਂ ਇੱਧਰ ਇੰਡਸਟਰੀ ਦੇ ਵਿੱਚ ਐਂਟਰੀ ਕਰਨੀ ਹੈ ਨਾ, ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਮਕਾਲੀ ਜਿਹੜੇ ਹੈਗੇ ਉਹ ਇਸ ਇੰਡਸਟਰੀ ਦੇ ਵਿੱਚ ਐਂਟਰ ਕਰ ਚੁੱਕੇ, ਵਧੀਆ ਇੱਕ ਮੁਕਾਮ ਹਾਸਿਲ ਕਰ ਲਿਆ ਹੈ ਨਾ। ਤੇ ਸ਼ੁਰੂਆਤ ਉਹਨਾਂ ਦੀ ਵਧੀਆ ਹੋ ਗਈ ਪਹਿਲੀ ਐਲਬਮਸ ਤੋਂ, ਤੇ ਫਿਰ ਤਾਂ ਤੁਹਾਨੂੰ ਈਜ਼ੀ ਵੀ ਹੋ ਗਿਆ ਹੋਣਾ। ਅੱਗੇ ਤੁਹਾਨੂੰ ਲੱਗਿਆ ਨਹੀਂ ਕਿ ਮੇਰੇ ਵਾਸਤੇ ਈਜ਼ੀ ਹੋ ਗਿਆ ਥੋੜ੍ਹਾ ਜਿਹਾ, ਯਾਰਾਂ ਦੋਸਤਾਂ ਦੀ ਸਪੋਰਟ ਐਸੀ ਰਹੀ ਹੈ ਕੋਈ? ਨਹੀਂ, ਇਸ ਤਰ੍ਹਾਂ ਦੇ ਉਹਨਾਂ ਨਾਲ ਡਾਇਰੈਕਟ ਤਾਂ ਕੁਝ ਬੈਨੀਫਿਟ ਆਪਾਂ ਨੂੰ ਹੋਣ ਵਾਲਾ ਹੈ ਨਹੀਂ ਸੀਗਾ ਉਸ ਟਾਈਮ। ਅੱਛਾ ਜੀ। ਕਿਉਂਕਿ ਉਹ ਆਪਣੇ ਦੌਰ 'ਚ ਸਿੰਗਿੰਗ ਤਾਂ ਮੈਂ ਕੀ ਕਰਨਾ ਸੀ ਉਹਨਾਂ ਨਾਲ। ਫਿਰ ਵੀ ਇੱਕ ਵਾਰ ਕਰੇਜ਼ ਹੁੰਦਾ ਨਾ ਇਨਸਾਨ ਨੂੰ ਕਿ ਯਾਰ ਮਤਲਬ ਕਿ ਮੇਰੇ ਦੋਸਤ ਹਿੱਟ ਹੋ ਗਏ, ਤਾਂ ਮੈਂ ਵੀ ਸ਼ਾਇਦ ਹੁਣ ਅੱਗੇ ਨਿਕਲ ਸਕਦਾ ਇਹਨਾਂ ਨਾਲ ਲੱਗ ਕੇ। ਨਹੀਂ, ਵੈਸੇ ਹੌਸਲਾ ਹੋ ਜਾਂਦਾ, ਸੁਣ ਕੇ ਹੌਸਲਾ ਹੋ ਜਾਂਦਾ ਸੀ, ਬਟ ਇਸ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਸੀਗੀ ਕੋਈ ਨਾ। ਉਹ ਰਸਤੇ ਤੁਹਾਨੂੰ ਹੌਲੀ ਹੌਲੀ ਆਪ ਹੀ ਤੁਹਾਡੇ ਲਈ ਉਹ ਮਿਹਨਤ ਜਿਹੜਾ ਹੈਗਾ ਕਰਨੀ ਪੈਂਦੀ। ਹਾਂਜੀ, ਉਹ ਸੱਚੇ ਪਾਤਸ਼ਾਹ ਨੇ ਮਿਹਨਤ ਕਰਵਾਈ ਵੀ, ਤੇ ਉਹ ਰਸਤੇ ਆਪਣੇ ਆਪ ਬਣਾਉਂਦੇ ਗਏ ਅੱਗੇ, ਉਹ ਕੜੀਆਂ ਜੋੜਦੇ ਗਏ। ਆਮ ਲਾਈਫ 'ਚ ਵੀ ਇੱਦਾਂ ਹੀ ਹੁੰਦਾ, ਬੰਦਾ ਕਹਿ ਦਿੰਦਾ ਕਿ ਮੈਂ ਆਹ ਕੀਤਾ ਜੀ, ਮੈਂ ਆਹ ਕੀਤਾ, ਮੈਂ ਐਂ ਸੋਚਿਆ ਸੀ, ਫਿਰ ਮੈਂ ਐਂ ਆਹ ਕਰ ਲਿਆ। ਨਹੀਂ, ਕੁਛ ਨਹੀਂ ਕੀਤਾ। ਉਸ ਉੱਪਰ ਵਾਲਾ ਜਿਹੜਾ ਹੈਗਾ ਵਾਹਿਗੁਰੂ ਸੱਚੇ ਪਾਤਸ਼ਾਹ, ਜੋ ਵੀ ਉਹਦਾ ਨਾਮ ਲੈ ਲਈਏ, ਉਹ ਤੁਹਾਡੇ ਲਈ ਉਹਨੇ ਸਾਰਾ ਕੁਝ ਫਿਕਸ ਕੀਤਾ ਹੁੰਦਾ। ਉਹ ਕੜੀਆਂ ਉਹਨੇ ਪਹਿਲਾਂ ਹੀ ਜੋੜ ਕੇ ਰੱਖੀਆਂ ਹੁੰਦੀਆਂ ਨੇ, ਵੀ ਇਹਨੂੰ ਮਿਲਿਆ ਸੀਗਾ ਇਹਦੇ ਨਾਲ ਆਹ ਰਿਲੇਸ਼ਨ ਹੈ, ਇਹਨੂੰ ਮਿਲਿਆ ਸੀ ਇਹਦੇ ਨਾਲ ਆਹ ਰਿਲੇਸ਼ਨ ਹੈ। ਹੁਣ ਇੱਥੇ ਰਿਲੇਸ਼ਨ ਯਾਦ ਕਰ ਲਈਏ, ਤੁਹਾਡੇ ਫਾਦਰ ਸਾਹਿਬ ਜੱਸੀ ਬਾਈ, ਉਹ ਵੀ ਸਾਡੀ ਇੱਕ ਕੜੀ ਜੋੜ ਰਹੀ ਹੈ ਪੁਰਾਣੀ, 25 ਸਾਲ ਪੁਰਾਣੀ। ਅਸੀਂ ਇਕੱਠੇ ਬਹੁਤ ਕੰਮ ਕੀਤਾ, ਠੀਕ ਹੈ। ਉਹ ਵੀ ਕੜੀ ਅੱਜ ਆ ਕੇ ਇੱਥੇ ਦੇਖ ਲਓ ਜੁੜ ਗਈ ਹੈ। ਸੋ ਸਭ ਕੁਝ ਪਲਾਨਡ ਹੈ। ਪਤਾ ਨਹੀਂ ਨਾ ਪਰਮਾਤਮਾ ਨੇ ਕਿਹੜੇ ਪਾਸਿਓਂ ਕੀ ਕਰ ਦੇਣਾ ਹੈ ਨਾ, ਮਤਲਬ ਕਿ ਰੱਬ ਖੁਦ ਹੀ ਜਾਣਦਾ ਹੈ ਕਿ ਕੀ ਮਤਲਬ ਕਿ ਉਹਨੇ ਸੋਚ ਕੇ ਰੱਖਿਆ ਹੋਇਆ ਹੈ ਇਨਸਾਨ ਵਾਸਤੇ। ਬੰਦਾ ਉਹੀਓ ਕ੍ਰੈਡਿਟ ਲਈ ਜਾਂਦਾ। ਸਹੀ ਗੱਲ ਹੈ ਭਾਈ, ਕਿਸੇ ਨੇ ਨਹੀਂ ਸੋਚਿਆ ਹੋਇਆ ਸੀਗਾ। ਮੈਂ ਆਪ ਆਪਣੇ ਬਾਰੇ ਸੋਚਦਾ ਹੈ ਨਾ, ਮੈਂ
ਸਿੰਗਿੰਗ ਦੇ ਵਿੱਚ ਨੂੰ ਸ਼ੁਰੂਆਤ ਕਰੀ ਤੇ ਅੱਜ ਆ ਕੇ ਇੱਥੇ ਐਂਕਰਿੰਗ ਦਾ ਕੰਮ ਕਰਨ ਕਿਆ ਲੱਗ ਗਏ। ਮੁਕਾਮ ਹੈ, ਇੱਕ ਵਧੀਆ ਮੇਰੇ ਸਾਰੇ ਯਾਰ ਦੋਸਤ ਮੈਨੂੰ ਕਹਿੰਦੇ ਸੀ ਤੁਸੀਂ ਇੰਟਰਵਿਊ ਹੋਰ ਵੀ ਕਰ ਰਹੇ ਹੋ, ਤੁਸੀਂ ਸਤਰੰਗ 'ਚ ਕਾਹਤੇ ਨਹੀਂ ਕਰਦੇ ਹੈਗੇ। ਅੱਛਾ ਜੀ, ਕੀ ਬਾਤ ਹੈ ਬਾਈ, ਇਹ ਗੱਲ ਮੈਨੂੰ ਪਤਾ ਹੋਣ ਲੱਗੀ ਹੈ। ਹਾਂ ਬਿਲਕੁਲ ਬਿਲਕੁਲ, ਤੇ ਇਹ ਮਾਣ ਦੀ ਗੱਲ ਹੈ, ਮੈਨੂੰ ਵੀ ਸੁਣ ਕੇ ਬਹੁਤ ਵਧੀਆ ਲੱਗਿਆ ਯਾਰ, ਕਿਉਂਕਿ ਕਿਤੇ ਨਾ ਕਿਤੇ ਸਾਡਾ ਆਪਸ 'ਚ ਹੁਣ ਚਾਹੇ ਛੋਟਾ ਭਰਾ ਗਾਲਾਂ ਚਾਹੇ ਭਤੀਜਾ ਗਾਲਾਂ ਕੁਝ ਵੀ ਗਾਲਾਂ ਹੈ ਨਾ। ਬਿਲਕੁਲ ਭਾਈ, ਤੁਹਾਡੇ ਦਾ ਮਤਲਬ ਕਿ ਤੁਹਾਨੂੰ ਛੋਟੇ ਹੁੰਦਿਆਂ ਦੇਖਦੇ ਰਹੇ ਆ, ਭਤੀਜਾ ਹੀ ਲੱਗਿਆ ਤੁਹਾਡਾ ਤਾਂ। ਮੈਂ ਬਿਲਕੁਲ, ਤੇ ਪਰ ਹੁਣ ਆਪਾਂ ਜਿਹੜੇ ਪ੍ਰੋਫੈਸ਼ਨਲ ਨਹੀਂ ਆਪਾਂ ਇਹ ਗੱਲ ਲਫ਼ਜ਼ ਨਹੀਂ ਯੂਜ਼ ਕਰ ਸਕਦੇ ਹੈ ਨਾ, ਤੇ ਸ਼ੁਰੂ ਤੋਂ ਦੇਖਦੇ ਰਹੇ। ਤੇ ਹੁਣ ਆਪਾਂ ਭਾਈ ਗੱਲ ਕਰਦੇ ਹਾਂ ਮਿਊਜ਼ਿਕ ਡਾਇਰੈਕਸ਼ਨ ਵਾਲੀ ਗੱਲ, ਹੈ ਨਾ, ਕਿ ਮਿਊਜ਼ਿਕ ਡਾਇਰੈਕਸ਼ਨ ਦੇ ਵਿੱਚ ਕਿੱਦਾਂ ਮਤਲਬ ਕੀ ਆਏ। ਜੇ ਮੈਂ ਆਪਣੀ ਗੱਲ ਕਰ ਲਾਂ ਤਾਂ ਮੈਨੂੰ ਤਾਂ ਵੈਸੇ ਡੈਵੀ ਸਿੰਘ ਦਾ ਜਿਹੜਾ ਲੋਗੋ ਵੀ ਹੈਗਾ ਨਾ ਨਾਮ ਦਾ, ਉਹ ਮੈਂ ਉਦੋਂ ਦੇਖਿਆ ਸੀ ਜਦੋਂ ਸਾਰਥੀਕੇ ਦੀ 2006-07 ਦੇ ਵਿੱਚ ਐਲਬਮ ਆਈ ਹੈ ਨਾ, ਪਿੰਡ ਦੇ ਮੁੰਡਿਆਂ ਨੇ ਗੱਲ ਚੱਕ ਲਈ ਮੁੰਡਾ ਚੰਡੀਗੜ੍ਹ ਜਾਵੇ, ਉਹ ਗਾਣਾ ਬਹੁਤ ਹਿੱਟ ਹੋਇਆ ਸੀਗਾ। ਤੇ ਉਹਦੀ ਸਾਰਥੀਕੇ ਦੀ ਇੱਕ ਮਤਲਬ ਕਿ ਸ਼ੁਰੂਆਤ ਵਧੀਆ ਹੋ ਗਈ ਸੀ ਉਸ ਐਲਬਮ ਦੇ ਨਾਲ, ਤੇ ਮਿਊਜ਼ਿਕ ਤੁਹਾਡਾ ਸੀਗਾ ਬਾਕਮਾਲ। ਤੇ ਮੈਨੂੰ ਤਾਂ ਉਸ ਦਿਨ ਪਤਾ ਲੱਗਿਆ ਸੀ ਕਿ ਡੈਵੀ ਭਾਜੀ ਦੇ ਵਿੱਚ ਆ ਵੀ ਇੱਕ ਘੈਂਟ ਜਿਹੜਾ ਮਿਊਜ਼ਿਕ ਵਾਲਾ ਕੰਮ ਵੀ ਬਹੁਤ ਵਧੀਆ ਹੈਗਾ। ਤੇ ਵੈਸੇ ਜੇ ਆਪਾਂ ਤੁਹਾਡੀ ਗੱਲ ਕਰੀਏ ਕਿ ਸ਼ੁਰੂਆਤ ਤੁਹਾਡੀ ਮਿਊਜ਼ਿਕ ਡਾਇਰੈਕਸ਼ਨ ਦੇ ਵਿੱਚ ਕਦੋਂ ਹੋਈ ਸੀ? ਮਿਊਜ਼ਿਕ ਦਾ ਸ਼ੌਂਕ ਵੀ ਮੈਨੂੰ ਸ਼ੁਰੂ ਤੋਂ ਹੀ, ਮੈਂ ਦੱਸਿਆ ਤੁਹਾਨੂੰ 10ਵੀਂ ਤੋਂ ਮੈਂ ਹਾਰਮੋਨੀਅਮ ਖਰੀਦ ਲਿਆ ਸੀ ਆਪਣਾ। ਉਸ ਟਾਈਮ ਮੈਂ 400 ਰੁਪਏ ਦਾ ਹਾਰਮੋਨੀਅਮ ਲਿਆ ਸੀਗਾ, ਤੇ ਘਰੇ ਉਹਦੀ ਪ੍ਰੈਕਟਿਸ ਕੀਤੀ, ਕਿਸੇ ਤੋਂ ਸਿੱਖਣ ਨਹੀਂ ਗਿਆ ਹੈਗਾ। ਤਾਂ ਉਹ ਆਪਣੇ ਆਪ ਮੈਂ ਉਸ ਟਾਈਮ ਕੰਪੋਜੀਸ਼ਨਾਂ ਕੱਢ ਲੈਣੀ ਆ। ਉਸ ਟਾਈਮ ਇਹ ਟ੍ਰੈਂਡ ਹੁੰਦਾ ਸੀਗਾ ਕਿ ਅੱਛਾ ਇਹਨੂੰ ਕਿਹੜਾ ਗਾਣਾ ਵਜਾਉਣਾ ਆਉਂਦਾ ਹੈ ਨਾ, ਤੇ ਜਾਂ ਆਹ ਪਪੂਲਰ ਗਾਣੇ ਨੇ ਇਹਨਾਂ ਦੇ ਆਹ ਪੀਸ ਵਰਕ ਹੈ, ਅਹੂਜਾ ਸਾਹਿਬ ਕਿਹੜੇ ਪੀਸ ਇਸ ਗਾਣੇ 'ਚ ਕੀ ਹੈ, ਉਹਦੀ ਕਾਪੀ ਕਰਨੀ। ਤਾਂ ਸੋ ਉਹ ਕਰਦੇ ਕਰਦੇ ਪ੍ਰੈਕਟਿਸ ਸਭ ਕੁਝ ਪ੍ਰੈਕਟੀਕਲੀ ਸਿੱਖ ਲਿਆ ਹੈ ਨਾ। ਤੇ ਪ੍ਰੋਫੈਸ਼ਨਲੀ ਜਿਹੜੇ ਤੁਸੀਂ ਮਿਊਜ਼ਿਕ ਡਾਇਰੈਕਸ਼ਨ ਦੀ ਗੱਲ ਕੀਤੀ, ਇਹ ਮੇਰਾ ਪਹਿਲਾ ਗਾਣਾ 97, 98 ਜਾਂ 99 ਇਹਦੇ ਆਸ-ਪਾਸ ਕਰਦਾ। ਤਾਂ ਮੈਂ ਆਫ ਦਾ ਟਰੈਕ ਤੁਹਾਨੂੰ ਪਤਾ ਪਹਿਲਾਂ ਹੀ ਕਰ ਰਿਹਾ ਸੀਗਾ, ਤੇ ਆਪਣੇ ਨਾਂ ਤੇ ਦਵਿੰਦਰ ਸਿੰਘ ਦੇ ਨਾਂ ਤੇ ਮੇਰਾ ਗਾਣਾ ਜਸਦੀਪ ਗਰੇਵਾਲ ਦੀ ਟੇਪ ਸੀਗੀ, ਸਾਰੇ ਮੁੰਡੇ ਕਹਿਣ ਉਹਦੇ ਨਾਲ ਨੱਚਣਾ ਜਿਹਨੇ ਘੱਗਰੀ ਤੇ ਮੋਰਨੀ ਪਵਾਈ ਹੋਈ ਹੈ, ਉਹ ਲਿਖਿਆ ਵੀ ਮੇਰਾ ਹੋਇਆ ਸੀਗਾ ਹੈ ਨਾ। ਉਹਦੇ 8-9 ਗਾਣੇ ਮੇਰੇ ਲਿਖੇ ਹੋਏ ਸੀ ਤੇ ਮੇਰੇ ਮਿਊਜ਼ਿਕ ਸੀਗਾ। ਤੇ ਨਾਲ ਦੀ ਨਾਲੇ ਇੱਕ ਸ਼ਾਜ਼ੀਆ ਮਨਜ਼ੂਰ, ਉਹਨਾਂ ਦਾ ਐਲਬਮ ਸੀ ਕਾਲੇ ਰੰਗ ਦਾ ਪਰਾਂਦਾ, ਉਹ ਕੈਟਰੈਕ ਸੀਗੀ, ਉਹਦਾ ਮਿਊਜ਼ਿਕ ਵੀ ਨਾਲੇ। ਹੁਣ ਇਹ ਦੋ ਇਕੱਠੀਆਂ ਹੀ ਰਿਲੀਜ਼ ਹੋਈਆਂ ਸੀਗੀਆਂ, ਸੋ ਦੋਨੇ ਕਹਿ ਸਕਦੇ ਹੋ ਤੁਸੀਂ। ਤੇ ਭਾਈ ਹੁਣ ਤੁਸੀਂ ਦੱਸਿਆ ਹੈ ਨਾ ਦਵਿੰਦਰ ਸਿੰਘ ਨਾਂ ਤੋਂ ਤੁਸੀਂ ਸ਼ੁਰੂਆਤ ਕਰੀ, ਤੇ ਮੈਂ ਜਿਹੜਾ ਦੱਸਿਆ ਉਹ ਡੈਵੀ ਸਿੰਘ ਹੈ ਨਾ, ਲੋਗੋ ਵੀ ਮੇਰੇ ਦਿਮਾਗ 'ਚ ਆ ਗਿਆ। ਸ਼ਾਇਦ ਜਿਹੜੇ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਆ ਗਿਆ ਹੁਣ ਅੱਖਾਂ ਦੇ ਮੂਹਰੇ ਲੋਗੋ। ਤੇ ਉਹ ਲੋਗੋ ਮਤਲਬ ਕਿ ਕਿੱਦਾਂ ਡਿਜ਼ਾਈਨ ਕੀਤਾ ਉਹ ਸਾਰਾ? ਉਹ ਸੀਗਾ ਦਵਿੰਦਰ ਸਿੰਘ, ਐਕਚੁਅਲੀ ਉਸ ਟਾਈਮ ਸਾਡੇ 25-26 ਦਵਿੰਦਰ ਸੀਗੇ ਇੰਡਸਟਰੀ 'ਚ। ਸਭ ਤੋਂ ਵੱਡੇ ਤਾਂ ਮੇਰੇ ਵੱਡੇ ਭਾਈ ਸਾਹਿਬ ਦਵਿੰਦਰ ਖੰਨੇ ਵਾਲਾ, ਕਿਉਂਕਿ ਸਾਡਾ ਸ਼ਹਿਰ ਵੀ ਇੱਕੋ। ਉਹ ਪਹਿਲਾਂ ਤਾਂ ਉੱਥੇ ਹੀ ਉਹ ਸੀਗਾ ਹੈ ਨਾ, ਤੇ ਕਨਫਿਊਜ਼ਨ ਸੀਗਾ। ਫਿਰ ਐਡੀਟਰ ਇੱਕ ਦਵਿੰਦਰ ਵਿਰਦੀ ਸੀਗਾ, ਜਿਹਨੇ ਇਸ ਤਰ੍ਹਾਂ ਦੇ ਕਰਕੇ 25 ਇੱਕ ਦਵਿੰਦਰ ਬੈਨੀਪਾਲ ਰਾਈਟਰ ਸੀਗਾ। ਸੋ ਮੈਂ ਵੀ ਇਸ ਤਰ੍ਹਾਂ ਤਾਂ ਦੱਸਣਾ ਬੜਾ ਮੁਸ਼ਕਲ ਹੋ ਜਾਣਾ, ਤੇ ਮੈਂ ਸੋਚਿਆ ਮੈਂ ਨਾਂ ਚੇਂਜ ਕਰਦੇ ਹਾਂ। ਮੇਰਾ ਇੱਕ ਵੀਰ ਮੈਨੂੰ ਉਹ ਡੈਵੀ ਦੇ ਨਾਂ ਤੇ ਬੁਲਾਉਂਦਾ ਸੀਗਾ, ਮੈਲ ਮਹਾਲ, ਤੇ ਮੈਂ ਵੀ ਨਾਂ ਚੇਂਜ ਕਰਦੇ ਹਾਂ। ਮੈਂ ਇੱਕ ਦਿਨ ਗੁਰਦਾਸ ਭਾਜੀ ਆਏ ਹੋਏ ਸੀ ਇੱਥੇ, ਉਹਨਾਂ ਨੂੰ ਪੁੱਛਿਆ ਮੈਂ ਭਾਜੀ ਮੈਂ ਨਾਂ ਚੇਂਜ ਕਰਨਾ। ਉਹ ਕਹਿੰਦੇ ਫਿਰ ਕੀ ਰੱਖਣਾ? ਮੈਂ ਡੈਵੀ ਸਿੰਘ। ਉਹਨਾਂ ਨੇ 2 ਮਿੰਟ ਅੱਖਾਂ ਬੰਦ ਕੀਤੀਆਂ, ਪਤਾ ਨਹੀਂ ਕੀ ਗਿਣਤੀ ਸੋਚਿਆ ਜੋ ਵੀ ਹੈ, ਮੈਨੂੰ ਕਹਿੰਦੇ ਓਕੇ, ਕਹਿੰਦੇ ਗੋ ਥਰੂ, ਰੱਖ ਲੈ, ਕਹਿੰਦੇ ਚੱਕ ਦੇ ਫੱਟੇ, ਕਹਿੰਦੇ ਠੀਕ ਹੈ। ਉਸ ਤੋਂ ਬਾਅਦ ਫਿਰ ਮੈਂ ਉਹਦਾ ਇੱਕ ਲੋਗੋ ਬਣਾਇਆ। ਮੈਨੂੰ ਬਾਲੀ ਸਗੂ ਦਾ ਲੋਗੋ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ, ਜੇ ਤੁਸੀਂ ਪੁਰਾਣੀਆਂ ਕਿਤੇ ਨੈਟ ਤੇ ਸਰਚ ਕਰਿਓ ਤਾਂ ਉਹਨਾਂ ਦਾ ਸਟਾਈਲ ਸੀ ਇੱਕ ਬਾਲੀ ਸਗੂ, ਪੱਕਾ ਇੱਕੋ ਫੌਂਟ 'ਚ ਲਿਖਦੇ ਸੀ। ਉਹ ਉੱਥੋਂ ਮੈਂ ਇੰਸਪਾਇਰ ਹੋ ਕੇ ਜਾਣੀ ਕਿ ਡੈਵੀ ਸਿੰਘ ਦਾ ਲੋਗੋ ਆਪਣਾ ਬਣਾਇਆ। ਤੇ ਮੇਰਾ ਖਿਆਲ ਜਿਹੜੇ ਗਾਣਿਆਂ ਦੇ ਵਿੱਚ ਵੀ ਜੇ ਆਪਾਂ ਲੋਗੋ ਦੀ ਗੱਲ ਕਰੀਏ, ਕਿ ਗਾਣੇ ਦੇ ਜਿਵੇਂ ਅੱਜ ਕੱਲ੍ਹ ਆਪਾਂ ਨੂੰ ਸੁਣਨ ਨੂੰ ਮਿਲ ਜਾਂਦਾ ਦੇਸੀ ਗਰੂ ਜਾਂ ਦੇਸੀ ਰੂਟਸ ਜਾਂ ਹੋਰ ਬਹੁਤ ਹੈ ਨਾ ਨਾਮ ਹੈਗੇ ਆ। ਸੋ ਐਸਾ ਨਾਮ ਵੀ ਮੇਰਾ ਖਿਆਲ ਤੁਹਾਡਾ ਹੀ ਮੈਂ ਸੁਣਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ, ਹੋਰ ਕਿਸ ਦਾ ਨਾਮ? ਬਿਲਕੁਲ ਜੀ, ਕਿਉਂਕਿ ਰਾਈਟਰ ਦਾ ਨਾਂ ਤਾਂ ਹਮੇਸ਼ਾ ਹੀ ਗਾਣਿਆਂ ਦੇ ਵਿੱਚ ਆਪਾਂ ਸੁਣਦੇ ਰਹੇ ਹਾਂ, ਤਰੀਕੇ ਵਾਲੇ, ਦੇਵ ਤਰੀਕੇ ਵਾਲੇ, ਮਾਨ ਮਰਾੜਾਂ ਵਾਲਾ, ਤੇ ਉੱਥੋਂ ਪਤਾ ਲੱਗ ਜਾਂਦਾ ਸੀ ਗਾਣਾ ਕਿਹਨਾਂ ਦਾ। ਤੇ ਮਿਊਜ਼ਿਕ ਡਾਇਰੈਕਟਰ ਦਾ ਤਾਂ ਹੀ ਪਤਾ ਲੱਗੂ ਨਾ ਜਦੋਂ ਅਸੀਂ ਕੈਸੇਟ ਤੇ CD ਤੇ ਉਹਨਾਂ ਦਾ ਨਾਮ ਪੜਾਂਗੇ। ਸੋ ਸਭ ਤੋਂ ਪਹਿਲਾਂ ਇਹ ਨਾਂ ਇੱਥੇ ਪੰਜਾਬ ਦੇ ਵਿੱਚ, ਜਾਂ ਮੈਨੂੰ ਲੱਗਦਾ ਇੱਥੇ ਤਾਂ ਮੈਂ ਹੀ ਸ਼ੁਰੂ ਕੀਤਾ ਸੀਗਾ ਇਹ ਗਾਣੇ ਦੇ ਸ਼ੁਰੂਆਤ 'ਚ, ਡੈਵੀ ਸਿੰਘ। ਜੀ। ਤੇ ਭਾਜੀ ਮਿਊਜ਼ਿਕ ਡਾਇਰੈਕਟਰ ਤਾਂ ਤੁਸੀਂ ਛੱਡੋ, ਅੱਜ ਕੱਲ੍ਹ ਵੀਡੀਓ ਡਾਇਰੈਕਟਰ ਤੱਕ ਆਪਣੇ ਨਾਮ ਦੇਣ ਲੱਗ ਗਏ ਗਾਣੇ ਦੇ ਵਿੱਚ, ਹੈ ਨਾ? ਸਹੀ ਗੱਲ ਹੈ। ਸੋ ਇਹ ਮੈਂ ਸ਼ੁਰੂ ਕੀਤਾ ਸੀ 2003 ਜਾਂ 4 ਦੀ ਗੱਲ ਹੈ। ਉਸ ਤੋਂ ਪਹਿਲਾਂ ਤੁਸੀਂ ਵੀ ਨਹੀਂ ਕਦੇ ਸੁਣਿਆ ਹੋਣਾ ਕਿ ਗਾਣੇ ਦੇ ਵਿੱਚ ਅਹੂਜਾ ਸਾਹਿਬ ਦਾ ਜਿਵੇਂ ਚਰਨਜੀਤ ਅਹੂਜਾ ਨਹੀਂ ਸੀਗਾ ਇਸ ਤਰ੍ਹਾਂ ਦਾ, ਨਾ ਕੁਲਜੀਤ ਬਾਈ ਉਹਨਾਂ ਦਾ ਸੀ, ਨਾ ਸੁਰਿੰਦਰ ਬਚਨ ਉਹਨਾਂ ਦਾ ਸੀਗਾ, ਨਾ ਵਰਿੰਦਰ ਬਚਨ ਉਹਨਾਂ ਦਾ, ਅਤੁਲ ਸ਼ਰਮਾ ਜੀ, ਕਿੱਡੇ ਵੱਡੇ ਵੱਡੇ ਲੈਜੈਂਡ ਸਾਡੇ, ਇਹਨਾਂ ਦਾ ਨਹੀਂ ਨਾਂ ਸੀਗਾ। ਇਹਨਾਂ ਕਰਕੇ ਫਿਰ ਦਵਿੰਦਰ ਵੀ ਨਹੀਂ ਸੀ ਫਿੱਟ ਆਉਂਦਾ। ਡੈਵੀ ਸਿੰਘ ਦਾ ਕਾਰਨ ਇਹ ਵੀ ਸੀਗਾ, ਛੋਟਾ ਨੌਰ, ਤੇ ਵੈਸੇ ਵੀ ਕੈਚੀ ਜਾ ਹੈ ਨਾ ਨਾਮ, ਵਧੀਆ ਕਿ ਹਰ ਇੱਕ ਜਨਰੇਸ਼ਨ ਨੂੰ ਆਪਣੇ ਨਾਲ ਜੋੜਦਾ। ਤੇ ਭਾਈ ਜੇ ਆਪਾਂ ਸ਼ੂਟਿੰਗਸ ਦੀ ਗੱਲ ਕਰੀਏ ਹੈ ਨਾ, ਕਿ ਕਿਉਂਕਿ ਮੈਂ ਤਾਂ ਉਹ ਵੀ ਗੱਲ ਕਰਦਾ ਕਿ ਜਦੋਂ ਤੁਸੀਂ ਗਾਣਿਆਂ ਦੇ ਵਿੱਚ ਵੀ ਹੈ ਨਾ ਐਜ਼ ਐਨ ਭੰਗੜਾ ਵੀ ਬਹੁਤ ਪਾਇਆ ਤੇ ਐਜ਼ ਐਨ ਮਾਡਲਿੰਗ ਵੀ ਕੀਤੀ ਹੈ ਗਾਣੇ ਦੇ ਵਿੱਚ,
ਤੇ ਉਦੋਂ ਦਾ ਕੋਈ ਟਾਈਮ ਐਸੀ ਮੈਮਰੀ ਹੈਗੀ ਯਾਦ ਜਿਹੜੀ ਹਮੇਸ਼ਾ ਯਾਦ ਰਹਿੰਦੀ ਹੋਵੇ ਕਿਸੇ ਆਰਟਿਸਟ ਦੇ ਨਾਲ? ਹਾਂਜੀ ਹਾਂਜੀ, ਭੰਗੜੇ ਵਾਲੀਆਂ ਹੈਗੀਆਂ ਨੇ ਕਾਫੀ ਨੇ। ਦੂਜੀਆਂ ਵੀਡੀਓ ਵਾਲੀ ਆਪਾਂ ਬਾਅਦ ਚ ਕਰਾਂਗੇ, ਮਾਡਲਿੰਗ ਵਾਲੀ ਜਿਹੜੀ। ਹਾਂਜੀ। ਤੇ ਬਾਈ ਜੱਸੀ ਉਹਨਾਂ ਨਾਲ ਅਸੀਂ ਗਾਣੇ ਸ਼ੂਟ ਕਰਦੇ ਰਹੇ, ਬਹੁਤ ਗਾਣੇ ਕੀਤੇ ਨੇ, ਅਨਲਿਮਿਟਿਡ ਹੀ ਨੇ ਜਿਹੜੇ ਉਹਨਾਂ ਦੀ ਗਿਣਤੀ। ਨਵੇਂ ਸਾਲ ਤੇ ਅਸੀਂ 8-8 9-9 ਗਾਣੇ ਕਰਨੇ। ਤੇ ਇੱਕ ਵਾਰ ਨੇਪਲੀ ਫੋਰੈਸਟ ਤੇ ਬਾਈ ਜੱਸੀ ਹੋਣੀ ਸੀਗੇ, ਡਾਇਰੈਕਟ ਕਰ ਰਹੇ ਸੀਗੇ, ਤਾਂ ਉਹ 'ਚ ਮੈਂ ਤੇ ਬਾਈ ਦਰਸ਼ਨ ਔਲਖ, ਉਹ ਇੱਕ ਵੱਡਾ ਨਾਮ ਹੈ ਇੰਡਸਟਰੀ ਦਾ, ਬਹੁਤ ਵੱਡੇ ਨਾਮ ਹੈ ਜੀ। ਅਸੀਂ ਦੋਨਾਂ ਨੇ ਭੰਗੜਾ ਪਾਇਆ ਸੀਗਾ। ਤੇ ਹਾਂ, ਈਵਨ ਕਿ ਲਾਸਟ ਅੰਤਰਾ ਬਾਈ ਜੱਸੀ ਉਹਨਾਂ ਨੇ ਕਿਹਾ, ਤੇ ਉਹ ਸਾਡੇ ਦੀ ਸ਼ੂਟ ਸੀ ਗੁਰਦਾਸ ਭਾਜੀ, ਪਿੱਛੇ ਮੈਂ ਤੇ ਨਾਲ ਬਾਈ ਦਰਸ਼ਨ ਔਲਖ। ਤੇ ਇੱਕ ਤੀਸਰਾ ਬੰਦਾ ਹੋਰ ਵੀ ਸੀਗਾ, ਮੈਨੂੰ ਨਹੀਂ ਸਮਝ ਆ ਰਿਹਾ ਕੌਣ ਸੀਗਾ, ਸ਼ਾਇਦ ਦੋਏ ਸੀਗੇ। ਤਾਂ ਉਹ ਬਾਈ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਵਧੀਆ, ਮਤਲਬ ਗੁਰਦਾਸ ਮਾਨ ਸਾਹਿਬ ਦੇ ਗਾਣੇ ਦੇ ਵਿੱਚ ਪੂਰਾ ਛਾਏ। ਉਹ ਸੀ ਗਾਣਾ ਵੀ ਸੀਗਾ, ਤੇਰੀਆਂ ਕੀ ਬਾਤਾਂ ਵੱਲੋਂ, ਤੂੰ ਤੇ ਬੜੀ ਚੀਜ਼ ਹੈ। ਹਾਂ ਜੀ ਜੀ ਜੀ, ਉਹ ਗਾਣਾ ਸੀਗਾ ਨਵੇਂ ਸਾਲ ਦਾ ਪ੍ਰੋਗਰਾਮ ਜੀ। ਕੀ ਬਾਤ ਹੈ ਭਾਜੀ। ਤੇ ਹੁਣ ਆਪਾਂ ਭਾਜੀ ਗੱਲਬਾਤ ਕਰਦੇ ਹਾਂ ਕੈਟਰੈਕ ਬਾਰੇ, ਕਿਉਂਕਿ ਮੈਨੂੰ ਪਿੱਛੇ ਜੇ ਮੌਕਾ ਮਿਲਿਆ ਗੌਰਵ ਤਰੀਨ ਸਾਹਿਬ ਨਾਲ ਗੱਲਬਾਤ ਕਰਨ ਦਾ, ਤੇ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਤੁਹਾਡਾ ਜ਼ਿਕਰ ਵੀ ਕਰਿਆ, ਕਿਉਂਕਿ ਤਕਰੀਬਨ ਹੁੰਦਾ ਹੈ ਕਿ ਜਿਹੜੇ ਵੀ ਇੰਡਸਟਰੀ ਦੇ ਸੀਨੀਅਰ ਆਰਟਿਸਟ ਨੇ, ਹੈ ਨਾ, ਜਿੰਨੇ ਵੀ ਬੰਦੇ ਸੀਨੀਅਰ ਨੇ, ਉਹਨਾਂ ਦਾ ਹਰ ਮੁਲਾਕਾਤ ਦੇ ਵਿੱਚ ਮਤਲਬ ਕਿ ਕੋਈ ਨਾ ਕੋਈ ਜ਼ਿਕਰ ਹੋ ਹੀ ਜਾਂਦਾ। ਤੇ ਤੁਹਾਡਾ ਉਸ ਮੁਲਾਕਾਤ ਦੇ ਵਿੱਚ ਜ਼ਿਕਰ ਹੋਇਆ ਕਿ ਗੌਰਵ ਤਰੀਨ ਜੀ ਨੂੰ ਬੱਬੂ ਮਾਨ ਨਾਲ ਮਿਲਵਾਉਣ ਵਾਲੇ ਤੁਸੀਂ ਹੋ ਜੀ, ਹੈ ਨਾ। ਬੱਬੂ ਮਾਨ ਜਿਹੜਾ ਤੁਹਾਡੇ ਥਰੂ ਹੋ ਕੇ ਉਧਰ ਨੂੰ ਚਲੇ ਗਏ, ਹੈ ਨਾ, ਕੈਟਰੈਕ ਤੱਕ। ਉਹ ਕਿੱਦਾਂ ਸੀਨ ਬਣਿਆ, ਕਿੱਦਾਂ ਤੁਹਾਡੇ ਤੱਕ ਅਪਰੋਚ ਹੋਈ ਸੀ, ਉਹ ਸਾਰੀ ਗੱਲਾਂ ਆਪਾਂ ਕਰ ਲਈਏ। ਸਭ ਤੋਂ ਪਹਿਲਾਂ ਤਾਂ ਕਿ ਸਾਡੇ ਪੁਰਾਣੇ ਜਿੰਨੇ ਵੀ ਮਿੱਤਰ ਨੇ, ਸਾਰਿਆਂ ਦਾ ਆਪਸ ਦੇ ਵਿੱਚ ਬਹੁਤ ਪਿਆਰ ਹੈ, ਇੱਕ ਦੂਜੇ ਲਈ ਸਤਿਕਾਰ ਹੈ। ਇਹ ਸਾਡੀ ਉਸ ਜਨਰੇਸ਼ਨ ਦੀ ਇੱਕ ਖਾਸੀਅਤ ਸੀ, ਖੂਬੀ ਸੀ, ਜੋ ਵੀ ਸੀ, ਹੈ ਨਾ, ਜਿਹੜੀ ਕਿ ਅੱਜ ਦੇ ਦੌਰ 'ਚ ਇਹ ਮੈਨੂੰ ਮਾਈਨਸ ਲੱਗਦੀ ਹੈ। ਅੱਜ ਕੱਲ੍ਹ ਘੱਟ ਦਿਖਦੀ ਹੈ। ਕੋਈ ਸੀਨੀਅਰ ਜੂਨੀਅਰ ਵਾਲਾ ਕੋਈ ਉਹਨਾਂ ਦੇ ਮਨ 'ਚ ਜ਼ਿਆਦਾ ਰਿਸਪੈਕਟ ਨਹੀਂ ਰਹੀ, ਪਰ ਇਹ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਅੱਗੇ ਜਾ ਕੇ ਤੁਸੀਂ ਸੀਨੀਅਰ ਹੋਵੋਗੇ ਨਾ, ਫਿਰ ਤੁਹਾਨੂੰ ਮਹਿਸੂਸ ਹੋਊਗੀ ਇਹ ਚੀਜ਼ ਦੀ। ਚਲੋ ਉਸ ਪੱਖੋਂ ਅਸੀਂ ਲੱਕੀ ਹਾਂ। ਤੇ ਗੌਰਵ ਭਾਜੀ ਮੇਰੇ ਬਹੁਤ ਹੀ ਸਤਿਕਾਰਤ, ਹੈ ਨਾ, ਪਰਸਨੈਲਿਟੀ। ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮੈਂ। 8 ਸਾਲ ਅਸੀਂ ਇਕੱਠੇ ਕੰਮ ਕੀਤਾ, ਤਾਂ ਉਹਨਾਂ ਨਾਲ ਬਹੁਤ ਵਧੀਆ ਯਾਦਾਂ ਨੇ। ਉਹਨਾਂ ਦੀ ਯਾਦਾਂ 'ਚੋਂ ਇੱਕ ਇਹ ਹੈ ਕਿ ਇੱਕ ਵਾਰ ਮੈਨੂੰ ਬਾਈ ਕਟਾਣੀ, ਆਪਣਾ ਸਾਡਾ ਪਰਮ ਮਿੱਤਰ ਪਰਮਿੰਦਰ ਕਟਾਣੀ, ਉਹਨਾਂ ਬਿਨਾਂ ਵੀ ਹਰ ਇੱਕ ਇੰਟਰਵਿਊ ਸਾਡੀ ਮੇਰੇ ਖਿਆਲ ਨਾਲ ਅਧੂਰੀ ਹੈ ਜੇ ਅਸੀਂ ਪਰਮਿੰਦਰ ਕਟਾਣੀ ਦਾ ਜ਼ਿਕਰ ਨਹੀਂ ਕਰਾਂਗੇ। ਉਹਦੀ ਵੀ ਇੰਡਸਟਰੀ ਨੂੰ ਬਹੁਤ ਦੇਣ ਹੈ ਯਾਰ। ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇੱਕ ਮੁੰਡੇ ਨੂੰ ਬੁਲਾਉਣਾ, ਤੇ HL ਸਟੂਡੀਓ ਹਜੇ ਬਣ ਰਿਹਾ ਸੀਗਾ ਕੈਟਰੈਕ ਵਾਲਾ। ਹਜੇ ਇੰਸਟਾਲੇਸ਼ਨ ਚੱਲ ਰਹੀ ਸੀ, ਅੰਦਰ ਲੱਕੜ ਦਾ ਕੰਮ ਹਜੇ ਚੱਲ ਰਿਹਾ ਸੀ। ਸੋ ਇਸ ਕਰਕੇ ਮੈਂ ਤਾਂ ਦੱਸਿਆ ਕਿ ਉਹਨੂੰ ਮੈਂ ਅੰਦਰ ਨਹੀਂ ਸੀ ਬੁਲਾਇਆ ਸੀ, ਗੇਟ ਦੇ ਬਾਹਰ ਹੀ ਖੜ ਕੇ, ਗੇਟ ਦੇ ਬਾਹਰ ਹੀ ਉਹਨਾਂ ਨੇ ਜ਼ਿਕਰ ਕੀਤਾ। ਹਾਂ, ਬਾਹਰ ਆ ਕੇ ਮੇਰੇ ਕੋਲ ਫੋਨ, ਜਦੋਂ ਮੈਂ ਉਹਨੂੰ ਕਿਹਾ ਆ ਜਾਓ, ਗੇਟ ਦੇ ਬਾਹਰ ਕਟਾਣੀ ਤੇ ਬੱਬੂ ਦੋਨੇ ਆਏ 800 ਕਾਰ ਦੇ ਵਿੱਚ ਉਹਦੀ। ਤੇ ਬੱਬੂ ਦਾ ਪਹਿਲਾ ਹੀ ਰਿਐਕਸ਼ਨ ਸੀ, ਕਹਿੰਦੇ ਦਵਿੰਦਰ ਭਾਈ ਮੈਂ ਤੁਹਾਨੂੰ ਥੋੜਾ ਭੰਗੜੇ ਤੋਂ ਮੈਂ ਫੋਲੋ ਕਰਦਾ ਆ ਰਿਹਾ ਤੁਹਾਨੂੰ, ਹੈ ਨਾ। ਤਾਂ ਉਹਨਾਂ ਨੇ ਮੇਰੀਆਂ ਕੁਝ ਸਟੇਜਾਂ ਦਾ ਵੀ ਜ਼ਿਕਰ ਕੀਤਾ ਕਿ ਮੈਂ ਤੁਹਾਨੂੰ ਉੱਥੇ ਦੇਖਿਆ ਉਸ ਭੰਗੜਾ ਪਾਉਂਦੇ ਨੂੰ ਆਡੀਅנס 'ਚ ਖੜ ਕੇ। ਸੋ ਮੇਰੀ ਉਹਨਾਂ ਥੋੜ੍ਹੀ ਅਟੈਚਮੈਂਟ ਜੀ ਹੋ ਗਈ ਇੱਕ, ਕਿ ਯਾਰ ਬੰਦੇ ਨੇ ਤੁਹਾਨੂੰ ਦੇਖਿਆ ਹੈ। ਹਾਂ, ਜੋ ਤੇ ਮੈਂ ਉਹਨੂੰ ਕਿਹਾ ਮੈਂ ਯਾਰ ਕੋਈ ਸੁਣਾ ਕੋਈ ਗਾਣਾ ਕੋਈ। ਤਾਂ ਉਹਨੇ ਗਾਣਾ ਸੁਣਾਇਆ ਕਿ ਸੱਜਣ ਰੁਮਾਲ ਦੇ ਗਿਆ ਨਹੀਂ ਮੈਂ ਚੁੰਮ ਰੱਖਦੀ ਫਿਰਾਂ ਜੀ। ਤੇ ਮੈਂ ਤੇਰੀ ਆਵਾਜ਼ ਮਿੱਠੀ ਹੈ ਯਾਰ, ਬਹੁਤ ਵਧੀਆ, ਇੱਕ ਅਲੱਗ ਜਿਹਾ, ਕਿਉਂਕਿ ਉਸ ਟਾਈਮ ਹਾਈ ਪਿਚ ਸਾਰੇ ਸਿੰਗਰ ਚੱਲ ਰਹੇ ਸੀਗੇ, ਮੈਂ ਮਿੱਠਾ ਗਾ ਰਿਹਾ। ਹਾਂਜੀ। ਕਹਿੰਦਾ ਬਾਈ ਕੁਝ ਕਰੋ। ਤੇ ਮੈਂ ਉਸ ਤੋਂ ਬਾਅਦ ਗੌਰਵ ਭਾਜੀ ਨਾਲ ਬੈਠ ਕੇ ਗੱਲ ਕੀਤੀ। ਇਹ ਫਿਰ ਕਿਸੇ ਹੋਰ ਦਿਨ ਦੀ ਗੱਲ ਹੈ ਜੀ। ਗੌਰਵ ਭਾਜੀ ਨੇ ਦੱਸਿਆ ਕਿ ਇਸ ਤਰ੍ਹਾਂ ਕੋਈ ਮੁੰਡਾ ਹੈ ਵੀ ਆਪਾਂ ਕਰ ਸਕਦੇ ਹਾਂ। ਉਹ ਕਹਿੰਦੇ ਵੀ ਦੇਖ ਲੈ, ਮਿਲਾ ਦੇ। ਤੇ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਾਇਆ ਸੀਗਾ ਜੀ। ਤੇ ਇੱਕ ਛੋਟੀ ਜਿਹੀ ਗੱਲ ਮੈਂ ਇੱਥੇ ਹੋਰ ਪੁੱਛੂੰਗਾ ਕਿ ਜੇ ਆਪਾਂ ਗੱਲ ਕਰੀਏ ਉਸ ਟਾਈਮ ਕੈਟਰੈਕ ਦੇ ਵਿੱਚ ਜਿਹੜਾ ਹੈਗਾ, ਤੁਸੀਂ ਐਜ਼ ਐਨ ਮਿਊਜ਼ਿਕ ਡਾਇਰੈਕਟਰ ਕੰਮ ਕਰਦੇ ਸੀ ਜਾਂ ਮੈਨੇਜ ਕਰਦੇ ਸੀਗੇ ਸਾਰਾ ਉੱਥੇ? ਮੈਂ, ਤੁਸੀਂ ਮੈਨੂੰ ਸਟੈਪਨੀ ਵਰਡ ਯੂਜ਼ ਕਰ ਲਓਗੇ ਜ਼ਿਆਦਾ ਵਧੀਆ ਸੀਗਾ। ਸਾਰੇ ਕੰਮ ਕਰ ਲਈਦੇ ਸੀ, ਕਹਿਣਾ ਮਤਲਬ ਜੇ ਰਿਕਾਰਡਿਸਟ ਨਹੀਂ ਹੈਗਾ ਤਾਂ ਰਿਕਾਰਡਿੰਗ ਉੱਥੇ ਉਸ ਸੀਟ ਤੇ ਬੈਠ ਜਾਈਦਾ ਸੀਗਾ। ਐਡੀਟਰ ਨਹੀਂ ਹੈਗਾ ਤਾਂ ਉੱਥੇ ਬੈਠ ਜਾਈਦਾ ਸੀਗਾ। ਹਾਂਜੀ ਹਾਂਜੀ। ਤੇ ਗਾਣੇ ਸਥਾਈ ਹੈਗੀ, ਅੰਤਰੇ ਨਹੀਂ ਲਿਖੇ ਹੋਏ ਹੈਗੇ, ਅੰਤਰੇ ਲਿਖ ਲੈਣੇ ਨੇ। ਸੁਰਿੰਦਰ ਬਚਨ ਜੀ ਨਹੀਂ ਆਏ ਤਾਂ ਅੰਦਰੋਂ ਸਟੂਡੀਓ ਵਾਲਾ ਕੰਮ ਸਾਂਭ ਲੈਣਾ। ਸੋ ਉਹੀ ਮੈਂ ਕਹਿੰਦਾ, ਉਹ ਗੋਲਡਨ ਪੀਰੀਅਡ ਸੀਗਾ, ਹੈ ਨਾ, ਮੇਰੇ ਲਈ ਵੀ ਸਿੱਖਣ ਦੇ ਦੌਰ। ਉਹ ਤੋਂ ਉਸ ਪੁਆਇੰਟ ਆਫ ਵਿਊ ਨਾਲ ਵੀ ਗੱਲ ਕਰਦਾ, ਬਹੁਤ ਕੁਝ ਸਿੱਖਿਆ। ਇੰਨਾ ਕੁ ਅੱਜ ਜੋ ਵੀ ਕੰਮ ਕਰ ਰਿਹਾ, ਜੋ ਜਿੰਨਾ ਕੁ ਹੌਸਲਾ ਮੈਨੂੰ ਆਪਣੇ ਆਪ 'ਤੇ ਹੈ ਨਾ ਕਿ ਆਹ ਕਰ ਸਕਦਾ, ਇਹ ਉੱਥੋਂ ਦਾ ਹੀ ਕਮਾਲ ਹੈ ਕੈਟਰੈਕ ਦਾ। ਕਿਉਂਕਿ ਉਹਨਾਂ ਨੇ ਖੁੱਲ੍ਹੀ ਛੁੱਟੀ ਦਿੱਤੀ ਸੀ ਗੌਰਵ ਭਾਜੀ ਨੇ ਕਿ ਕਰ, ਪੂਰੀ ਸਪੋਰਟ ਸੀ ਉਹਨਾਂ ਦੀ। ਸੋ ਸਾਰੇ ਕੰਮ ਕੀਤੇ, ਆਪਣੇ ਆਪ ਨੂੰ ਐਕਸਪਲੋਰ ਕਰੋ। ਤੇ ਹੁਣ ਆਪਾਂ ਗੱਲਬਾਤ ਉਸੇ ਤੇ ਆਉਂਦੇ ਮੁੜ ਕੇ ਦੁਬਾਰਾ ਕਿ ਕੋਈ ਗੱਲ ਤੁਸੀਂ ਦਿਲ ਦੇ ਵਿੱਚ ਲੁਕੋ ਕੇ ਰੱਖੀ ਹੋਈ ਹੈ, ਮੈਂ ਚਾਹੁੰਦਾ ਕਿ ਉਹ ਬਾਹਰ ਕੱਢੋ। ਉਹ ਸਾਰੇ ਆਪਣੇ ਨੇ, ਖੈਰ ਸਾਰੇ, ਬੱਬੂ ਮੇਰਾ ਭਰਾ ਹੀ ਹੈ ਤੇ ਗੌਰਵ ਭਾਜੀ ਤਾਂ ਹੈ ਹੀ, ਉਹ ਹੈ ਛੋਟੇ ਨੇ, ਮੈਂ ਉਹਨੂੰ ਵੱਡਿਆਂ ਵਾਂਗ ਪਿਆਰ ਦਿੰਦਾ ਜੀ। ਬਾਰ-ਬਾਰ ਜ਼ਿਕਰ ਕਰੀ ਨਾ ਜੱਸੀ ਬਾਈ, ਇਹ ਸਾਡੇ ਸਾਰੇ ਇੱਕ ਪਰਿਵਾਰ ਸਾਡਾ ਉਸ ਟਾਈਮ ਦਾ ਸੀਗਾ। ਅਸੀਂ ਬਹੁਤ ਇਕੱਠੇ ਕੰਮ ਕੀਤਾ, ਬਹੁਤ ਜ਼ਿਆਦਾ।
ਕਹਿੰਦੇ ਚੰਗਾ ਫਿਰ ਦੇਖ ਲੈ, ਗੱਲ ਕਰ ਲੈ ਵੀ ਐਗਰੀਮੈਂਟ ਕਰ ਲੈਂਦੇ ਆ। ਮੈਂ ਕਰ ਲੈਂਦੇ ਭਾਜੀ। ਤੇ ਕਹਿੰਦੇ ਪੁੱਛ ਲਾ ਉਹਨੂੰ। ਮੈਂ ਬੱਬੂ ਨੂੰ ਬੁਲਾਇਆ, ਮੈਂ ਵੀਰੇ ਟੇਪ ਕਰ ਲਾਂਗੇ ਬਟ ਤੈਨੂੰ ਐਗਰੀਮੈਂਟ ਕਰਨਾ ਪੈਣਾ। ਕਹਿੰਦਾ ਕਿੰਨੇ ਸਾਲ ਦਾ? ਮੈਂ 5 ਸਾਲ ਦਾ। ਕਹਿੰਦਾ 5 ਸਾਲ ਤਾਂ ਕੁਝ ਵੀ ਨਹੀਂ ਹੁੰਦੇ, ਕਹਿੰਦਾ ਤੁਸੀਂ ਸਾਰੀ ਉਮਰ ਦੇ ਕਰ ਲਓ। ਅੱਛਾ ਜੀ। ਹੈ। ਤੇ ਮੈਂ ਚਲੋ ਗੱਲ ਕਰਦੇ ਕਰਾਉਂਦੇ ਅਸੀਂ ਐਗਰੀਮੈਂਟ ਤੱਕ ਆ ਗਏ। ਸੋ ਇੱਕੋ ਦਿਨ ਐਗਰੀਮੈਂਟ ਹੁੰਦਾ, ਉਸੇ ਦਿਨ ਬੱਬੂ ਦਾ, ਉਸੇ ਦਿਨ ਹਰਭਜਨ ਸ਼ੇਰੇ ਦਾ ਤੇ ਉਸੇ ਦਿਨ ਕੁਲਬੀਰ ਦਾ ਜੀ। ਤਿੰਨਾਂ ਦਾ ਐਗਰੀਮੈਂਟ ਇੱਕੋ ਦਿਨ ਅਸੀਂ 17 ਸੈਕਟਰ 'ਚ ਜਾ ਕੇ ਇੱਕ ਵਕੀਲ ਸਾਹਿਬ ਦੇ ਥਰੂ ਉੱਥੇ ਕੀਤਾ ਸੀਗਾ। ਮੇਰੇ ਨਾਲ ਪ੍ਰਵੀਨ ਭਾਜੀ ਸੀ, ਪ੍ਰਵੀਨ ਤਰੇਹਨ ਸਾਹਿਬ, ਤੇ ਮੈਂ ਸੀਗਾ। ਮੈਂ ਵਿਟਨੈਸ ਸੀ ਤਿੰਨੇ ਆਰਟਿਸਟਾਂ ਦਾ ਜੀ। ਸੋ ਉਸ ਦਿਨ ਮਾਹੌਲ ਬੜਾ ਵਧੀਆ ਸੀਗਾ। ਤਿੰਨੇ ਜਾਣੇ ਮੇਰੇ ਆਲੇ ਦੁਆਲੇ ਨੱਚਦੇ ਗਾਉਂਦੇ ਜਾ ਰਹੇ ਸੀਗੇ ਕਿਉਂਕਿ ਇੱਕ ਸੁਪਨਾ ਸਾਕਾਰ, ਵਧੀਆ ਆਪਰਚੂਨਿਟੀ ਮਿਲ ਗਈ ਸੀ ਉਹਨਾਂ ਨੂੰ। ਇੱਕ ਕੰਪਨੀ ਨੇ ਇੱਕ ਤੁਹਾਡੀ ਜ਼ਿੰਮੇਵਾਰੀ ਚੱਕ ਲਈ, ਬਾਂਹ ਫੜ ਲਈ ਕਿ ਹੁਣ ਪਤਾ ਲੱਗ ਗਿਆ ਕਿ ਹੁਣ ਸਾਡੀ ਟੇਪ ਆ ਜੂਗੀ। ਹਾਂ, ਹੁਣ ਸਾਡੀ ਸਕਸੈਸ ਦਾ ਰਾਹ ਮਤਲਬ ਕਿ ਮੰਜ਼ਿਲ ਨੇੜੇ ਹੈ। ਤਿੰਨੇ ਜਾਣੇ ਆਲੇ ਦੁਆਲੇ ਘੁੰਮਦੇ ਜਾ ਰਹੇ ਸੀਗੇ। ਉਹ ਕਰੀ ਜਾ ਕਰੇ ਭਾਈ ਆਪਾਂ ਆਹ ਗਾਣਾ ਕਰਨਾ, ਆਹ ਕਰਨਾ, ਤੇ ਬੱਬੂ ਕਹਿ ਕਰਨੀ ਆਪੇ ਕੀ ਕਰਨਾ, ਯਾਨੀ ਤਿੰਨਾਂ ਨੂੰ ਆਪਣਾ ਆਪਣਾ ਸੀਗਾ ਹੈ ਨਾ। ਤਾਂ ਜਦੋਂ ਐਗਰੀਮੈਂਟ ਕਰ ਰਹੇ ਸੀਗੇ ਵਕੀਲ ਨੇ ਸਾਹਮਣੇ ਰੱਖੇ ਤਾਂ ਕੁਝ ਕੁ ਟਾਈਮ ਲਈ ਹਰਭਜਨ ਸ਼ੇਰਾ ਤੇ ਕੁਲਬੀਰ ਸਸ਼ੋ ਪੰਜੇ 'ਚ ਪੈ ਗਏ ਵੀ ਯਾਰ ਸਾਈਨ ਕਰੀਏ ਨਾ ਕਰੀਏ। ਬੱਬੂ ਨੇ ਫੜੀ ਕਾਪੀ ਇੱਧਰ ਨੂੰ ਮੈਨੂੰ ਕਹਿੰਦਾ ਆ ਚੱਕ ਵੀਰੇ। ਅੱਛਾ, ਸ਼ੁਰੂ ਤੋਂ ਹੀ ਮਤਲਬ ਹਾਂ ਸਿੱਧਾ ਉਹ ਕਲੀਅਰ ਕੱਟ ਸੀ, ਪਤਾ ਸੀ ਉਹਨੂੰ ਵੀ ਮੈਂ ਕਰਨਾ ਕੀ ਆ। ਅੱਛਾ ਜੀ। ਉਹਨਾਂ ਨੂੰ ਕਹਿੰਦਾ ਕਰ ਦੋ ਏ, ਕਰ ਲਓ ਸਾਈਨ। ਕਹਿੰਦਾ ਘਰਦਿਆਂ ਨੇ 50 ਰੁਪਏ ਨਹੀਂ ਖਰਚਣੇ ਆਪਣੇ ਤੇ, ਆਪ ਟੇਪਾਂ ਕਰ ਰਹੇ ਨੇ ਆਪਣੀਆਂ। ਅੱਛਾ, ਕਹਿੰਦਾ ਤੁਸੀਂ ਕੀ ਸੋਚਦੇ ਹੋ? ਸੋ ਇਸ ਤਰ੍ਹਾਂ ਦਾ ਹੱਸਦੇ ਖੇਡਦੇ ਅਸੀਂ ਉਹ ਐਗਰੀਮੈਂਟ ਸਾਈਨ ਕੀਤੇ। ਕੀ ਬਾਤ ਹੈ। ਉਸ ਤੋਂ ਬਾਅਦ ਫਿਰ ਹਿਸਟਰੀ ਹੈ, ਜੋ ਵੀ ਚੀਜ਼ਾਂ ਬਣੀਆਂ ਜੀ। ਤੇ ਫਿਰ ਗਾਣਾ ਜਿਹੜੇ ਸਿਲੈਕਸ਼ਨ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਗਾਣੇ ਦੀ ਸਿਲੈਕਸ਼ਨ ਹੈਗੀ ਹੈ ਪਿੰਡ ਪਹਿਰਾ ਲੱਗਦਾ, ਉਸ ਐਲਬਮ ਦਾ ਹਿੱਟ ਗਾਣਾ, ਤੇ ਉਹ ਐਲਬਮ ਦੇ ਵਿੱਚ ਨਹੀਂ ਪਸੰਦ ਨਹੀਂ ਕੀਤਾ ਗਿਆ ਸੀਗਾ ਕਿ ਮਤਲਬ ਕਿ ਇਨਕਲੂਡ ਵੀ ਨਹੀਂ ਕਰਨਾ ਚਾਹੁੰਦੇ ਸੀਗੇ, ਬਟ ਫਿਰ ਉਹ ਮਜਬੂਰੀਆਂ ਦੇ ਨਾਲ। ਤੇ ਜਦੋਂ ਉਦੋਂ ਬਾਅਦ ਮੈਨੂੰ ਫਿਰ ਬਾਅਦ 'ਚ ਸੂਤਰਾਂ ਤੋਂ ਮੈਨੂੰ ਹੀ ਪਤਾ ਲੱਗਿਆ ਸੀਗਾ ਕਿ ਉਹ ਡੈਵੀ ਭਾਜੀ ਨੇ ਉਹ ਗਾਣਾ ਸਿਲੈਕਸ਼ਨ ਕਰੀ ਸੀਗੀ। ਹਾਂ, ਕਿਉਂਕਿ ਬੱਬੂ ਮੇਰੇ ਨਾਲ ਕਾਫੀ ਹੱਦ ਤੱਕ ਖੁੱਲ੍ਹ ਚੁੱਕਿਆ ਸੀਗਾ। ਅਸੀਂ ਆਲਮੋਸਟ ਸੁਬਾਹ ਸ਼ਾਮ ਇਕੱਠੇ ਹੁੰਦੇ ਸੀਗੇ ਜੀ। ਤੇ ਉਹ ਸਾਡੀ ਆਪਸੀ ਸਲਾਹ ਮਸ਼ਵਰੇ ਨਾਲ ਸਾਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਦਾ। ਬੱਬੂ ਨੂੰ ਵੀ ਪਸੰਦ ਸੀਗਾ ਕਿਉਂਕਿ ਉਹ ਤਾਂ ਲਿਖਿਆ ਸੀ, ਉਹ ਤਾਂ ਵਧੀਆ ਲੱਗਣਾ ਸੀ। ਮੈਨੂੰ ਬਹੁਤ ਪਸੰਦ ਸੀਗਾ ਜੀ। ਤੇ ਗੌਰ ਭਾਜੀ ਨੇ ਵਾਕਈ ਸਹੀ ਗੱਲ ਹੈ ਕਿ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਰਹਿਣ ਦਿੰਦੇ ਯਾਰ ਇਹ ਗਾਣਾ। ਮੈਂ ਨਹੀਂ ਭਾਜੀ ਕਰਦੇ ਹਾਂ ਜੀ। ਫਿਰ ਉਹ ਕਹਿੰਦੇ ਚੰਗਾ ਫਿਰ ਕਰ ਲਓ, ਇਹਨੂੰ ਲੁਕੋ ਕੇ ਜੇ ਪਾ ਦਿਓ ਟੇਪ 'ਚ ਕਿਤੇ। ਅੱਛਾ, ਲੁਕੋ ਕੇ ਕਿਵੇਂ? ਕੈਸੇਟ ਹੈ, 4 ਗਾਣੇ ਏ ਸਾਈਡ ਦੇ, ਆਹ 4 ਗਾਣੇ 'ਚ ਨਹੀਂ ਹੋਣਾ ਚਾਹੀਦਾ। ਕੈਸੇਟ ਚੇਂਜ ਕਰਕੇ ਜੇ ਸੁਣਾਂਗੇ ਤਾਂ ਬੀ ਸਾਈਡ ਤੇ ਇਹਨੂੰ ਪਹਿਲਾ ਗਾਣਾ ਪਾ ਦਿਓ, ਜਾਣੀ ਕਿ 5ਵੇਂ ਨੰਬਰ ਤੇ ਲੁਕੋ ਕੇ ਜੀ। ਪਰ ਉਹਨੂੰ ਐ ਨਹੀਂ ਸੀ ਪਤਾ ਕਿ ਇਹੀ ਲੁਕੇ ਹੋਏ ਗਾਣੇ ਨੇ ਤੇ ਬਾਅਦ 'ਚ ਇੱਕ ਟਰਨਿੰਗ ਪੁਆਇੰਟ ਹੋਣਾ ਇੱਕ ਸਟਾਰ ਦਾ ਜੀ, ਉਹ 'ਚ ਇੱਕ ਵੱਡਾ ਸਟਾਰ ਪੈਦਾ ਹੋਣਾ ਜੀ। ਹਾਂਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ, ਜਿਵੇਂ ਤੁਸੀਂ ਦੱਸਿਆ ਐਗਰੀਮੈਂਟ ਤੁਹਾਡਾ ਵਿਟਨੈਸ ਤੁਸੀਂ ਸੀਗੇ ਉਸ ਟਾਈਮ ਐਗਰੀਮੈਂਟ ਦੇ, ਉਸ ਤੋਂ ਬਾਅਦ ਐਗਰੀਮੈਂਟ ਟੁੱਟਿਆ ਵੀ ਹੈ ਨਾ, ਸਾਲ ਕੁ ਬਾਅਦ ਟੁੱਟਿਆ ਸੀ। ਹਾਂ, ਉੱਥੇ ਹੀ ਮੈਂ ਕਹੂੰਗਾ ਕਿ ਆਪਣੀ ਆਪਣੀ ਜਗ੍ਹਾ ਤੇ ਦੋਨੇ ਸਹੀ ਸੀਗੇ ਜੀ। ਮੈਂ ਪੱਖ ਇਹ ਵੀ ਨਹੀਂ ਲੈਂਦਾ ਹੈ ਨਾ ਕਿ ਬੱਬੂ ਨੇ ਜੋ ਸੋਚਿਆ ਹੋਣਾ ਉਹਨੇ ਆਪਣੇ ਹਿਸਾਬ ਨਾਲ ਕੁਝ ਸੋਚ ਕੇ ਡਿਸੀਜਨ ਲਿਆ ਹੋਣਾ। ਪਰ ਇਹ ਰੀਜ਼ਨਸ ਬਣੇ ਸੀ ਭਾਜੀ। ਮੈਂ ਇੱਥੇ ਇੱਕ ਗੱਲ ਕਲੀਅਰ ਕਰਨਾ ਚਾਹੂੰਗਾ ਕਿਉਂਕਿ ਮੈਂ ਉਹਨਾਂ ਦੇ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਮੈਂ ਉਹਨਾਂ ਨਾਲ ਗੱਲ ਕਰੀ ਸੀਗੀ ਕਿ ਮੈਨੂੰ ਜੋ ਪਤਾ ਲੱਗਿਆ ਹੈ ਨਾ ਕਿ 1100 ਰੁਪਏ ਦਾ ਮਾਮਲਾ ਸੀਗਾ ਕਿ 1100 ਰੁਪਿਆ ਜਦੋਂ ਐਲਬਮ ਹਿੱਟ ਹੋਣ ਤੋਂ ਬਾਅਦ 1100 ਰੁਪਿਆ ਇਹ ਕਿਹਨੇ ਦੱਸਿਆ ਸੀ? ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ 1100 ਰੁਪਏ ਦਾ ਚੈੱਕ ਦਿੱਤਾ ਸੀਗਾ ਸ਼ਾਇਦ ਬੱਬੂ ਮਾਨ ਜੀ ਨੂੰ, ਤੇ ਉਹਨਾਂ ਨੇ ਉਹ ਫਾੜ ਕੇ ਉੱਥੇ ਰੱਖਤਾ ਸੀਗਾ ਕਿ ਮੈਂ ਮਤਲਬ ਕਿ 1100 ਰੁਪਏ ਦਾ ਇਹ ਨਹੀਂ ਲੈ ਸਕਦਾ ਕਿ ਮੈਂ ਐਡੀ ਵੱਡੀ ਐਲਬਮ ਹਿੱਟ ਦਿੱਤੀ ਹੈ। ਸ਼ਾਇਦ ਇਦਾਂ ਦਾ ਰੀਜ਼ਨ। ਹਾਂ, ਚੈੱਕ ਤਾਂ ਦਿੱਤਾ ਸੀਗਾ, ਉਹ ਵੀ ਮੈਨੂੰ ਚੈੱਕ ਦਿੱਤਾ ਸੀਗਾ। ਉਹ ਚੈੱਕ ਤਾਂ ਦਿੱਤਾ ਸੀ ਕਿਉਂਕਿ ਐਗਰੀਮੈਂਟ ਦੇ ਵਿੱਚ ਇੱਕ ਮੈਂਸ਼ਨ ਸੀਗਾ ਹੁੰਦਾ ਕੋਈ ਵੀ ਐਗਰੀਮੈਂਟ ਵੈਲਿਡ ਨਹੀਂ ਹੁੰਦਾ ਜਦ ਤੱਕ ਤੁਸੀਂ ਉਹਨੂੰ ਚਾਹੇ ਅਮਾਉਂਟ ਹੁੰਦੇ, ਚਾਹੇ ਉਹ 100 ਰੁਪਏ, ਚਾਹੇ 1 ਰੁਪਈਆ, ਚਾਹੇ ਲੱਖ ਰੁਪਏ, ਕਰੋੜ ਰੁਪਏ, ਜੋ ਵੀ ਹੈ ਜੀ ਜੀ। ਤਾਂ ਉਹ 'ਚ ਐਗਰੀਮੈਂਟ 'ਚ ਮੈਂਸ਼ਨ ਸੀਗਾ 1100 ਰੁਪਏ ਦਾ। ਅੱਛਾ, ਉਹ ਚੈੱਕ ਤਾਂ ਦੇਣਾ ਹੀ ਦੇਣਾ ਸੀਗਾ ਜੀ। ਸੋ ਉਹ ਚੈੱਕ ਤਾਂ ਉਹ ਵਾਲੇ। ਅਦਰਵਾਈਜ਼ ਜੇ ਐਗਰੀਮੈਂਟ ਦੀ ਗੱਲ ਕਰੀਏ ਬ੍ਰੀਚ ਕਿਉਂ ਹੋਇਆ ਸੀਗਾ, ਬ੍ਰੀਚ ਦਾ ਇਹ ਸੀਗਾ ਕਿ ਐਗਰੀਮੈਂਟ 'ਚ ਲਿਖਿਆ ਹੋਇਆ ਸੀ, ਤੁਹਾਨੂੰ ਪਤਾ ਹੀ ਜਦੋਂ ਆਪਾਂ ਆਰਟਿਸਟ ਨੂੰ ਐਗਰੀਮੈਂਟ 'ਚ ਕਰਦੇ ਹਾਂ ਤੇ ਸ਼ੋਜ਼ ਕੰਪਨੀ ਨੇ ਆਪਣੀ ਇੱਕ ਪਰਸੈਂਟੇਜ ਲੈਣੀ ਹੁੰਦੀ ਹੈ ਜੀ। ਸੋ ਉਹ 60-40 ਦੀ ਸੀਗੀ ਜੀ। 60 ਕੰਪਨੀ ਦੀ ਸੀ ਆਈ ਥਿੰਕ, ਹੁਣ ਮੈਂ ਸ਼ਾਇਦ ਇੱਥੇ ਥੋੜਾ ਮੈਨੂੰ ਯਾਦ ਨਹੀਂ, 20 ਸਾਲ ਪੁਰਾਣੀ ਗੱਲ ਜੀ ਜੀ ਜੀ। 40 ਆਰਟਿਸਟ ਦੀ ਹੈ, ਇਨਵੈਸਟਮੈਂਟ ਸਾਰੀ ਕੰਪਨੀ ਦੀ ਹੈ ਜੀ ਜੀ। ਸੋ ਟੇਪ ਆ ਗਈ, ਟੇਪ ਹਿੱਟ ਹੋ ਗਈ, ਸ਼ੋਜ਼ ਲੱਗਣੇ ਸ਼ੁਰੂ ਹੋ ਗਏ। ਪਹਿਲਾ ਸ਼ੋਅ ਲੱਗਿਆ, ਦੂਜਾ ਲੱਗਿਆ, ਤਿੰਨ ਤਾਂ ਮੈਨੂੰ ਪਤਾ ਕਿਉਂਕਿ ਉਹਦੀ ਬੁਕਿੰਗ ਮੈਂ ਹੀ ਲਈ ਸੀਗੀ ਜੀ ਜੀ, ਕਿਉਂਕਿ ਮੇਰਾ ਨੰਬਰ ਕੈਸਟ ਦੇ ਉੱਪਰ ਸੀਗਾ। ਹਾਂਜੀ। ਤੀਜੇ ਇੱਕ ਸ਼ੋਅ ਤੋਂ ਬਾਅਦ ਬੱਬੂ ਦੀ ਇੱਕ ਦਿਨ ਮੈਨੂੰ ਕਾਲ ਆਉਂਦੀ ਆ ਕਿ ਵੀਰੇ ਮਿਲ ਕੇ ਜਾ ਮੈਨੂੰ ਘਰੇ। ਮੈਂ ਉੱਥੇ ਸਟੂਡੀਓ 'ਚ ਬੈਠਾ ਸੀਗਾ, HL ਸਟੂਡੀਓ ਦੀ ਗੱਲ ਹੈ ਗੌਰ ਭਾਜੀ ਨਾਲ ਜੀ।
ਮੈਂ ਜਦੀ ਭਾਜੀ ਨੂੰ ਦੱਸਿਆ, ਮੈਂ ਕਿਹਾ ਇਹ ਗੱਲਾਂ ਅੱਜ ਕਦੇ ਕਿਸੇ ਨਾਲ ਸਾਹਮਣੇ ਹੋਈਆਂ ਨਹੀਂ ਜਿਹੜੀਆਂ ਅੱਜ ਮੈਂ ਤੁਹਾਨੂੰ ਦੱਸਣ ਲੱਗਾ। ਭਾਈ ਜਿਹੜੀਆਂ ਸੱਤਰੰਗ ਸੈਲੀਬ੍ਰਿਟੀ ਦੇ ਵਿੱਚ ਜਿੰਨੇ ਵੀ ਅੱਜ ਤੱਕ ਆਰਟਿਸਟ ਜਾਂ ਸੈਲੀਬ੍ਰਿਟੀਜ਼ ਆਏ ਨੇ ਨਾ, ਉਹਨਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਹੋਰ ਕਦੇ ਵੀ ਕਿਤੇ ਨਹੀਂ ਕੀਤੀਆਂ, ਨਹੀਂ ਹੋਈਆਂ ਕਿਤੇ, ਹੈ ਨਾ। ਕਿਤੇ ਕਹੀਂ ਜਾਂਦੀਆਂ ਵੀ ਨਹੀਂ, ਕਿਤੇ ਕੰਫਰਟ ਲੈਵਲ ਹੁੰਦਾ ਜਿਹੜਾ ਇੱਕ ਉਹ ਕੰਫਰਟ ਜ਼ੋਨ 'ਚ ਇੱਥੇ ਹੈਗਾ। ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਵੀ ਭਾਜੀ ਟਨ ਦੀ ਆਵਾਜ਼ ਆਈ ਹੈ। ਅੱਛਾ ਜੀ। ਵੀ ਕੁਛ ਗੜਬੜ ਹੈ। ਕਹਿੰਦੇ ਕੀ? ਮੈਂ ਤੁਹਾਨੂੰ ਆ ਕੇ ਦੱਸਦਾ। ਮੈਂ ਗੱਡੀ ਚੱਕੀ, ਇਹ 10 ਫੇਸ 'ਚ ਰਹਿੰਦੇ ਸੀ ਬੱਬੂ। ਮੈਂ ਉੱਥੇ ਗਿਆ, ਚੁੱਪਚਾਪ ਜੇ ਇੱਕ ਦੂਜੇ ਦੇ ਸਾਹਮਣੇ ਅਸੀਂ ਬੈਠ ਗਏ, ਚੁੱਪ ਸਾਇਲੈਂਸ ਸੀ ਥੋੜ੍ਹੀ ਜਿਹੀ। ਮੈਨੂੰ ਕਹਿੰਦਾ ਬਾਈ ਨਿਭਣੀ ਨਹੀਂ ਹੈਗੀ। ਮੈਂ ਕੀ ਗੱਲ? ਅੱਛਾ। ਹਾਂ। ਕਹਿੰਦਾ ਵੀ ਮੈਨੂੰ ਸ਼ੋਅ ਵਾਲਾ ਔਖਾ ਲੱਗਦਾ ਕੰਮ। ਅੱਛਾ। ਪੇਮੈਂਟ ਦਾ ਨਹੀਂ, ਵੀ ਮੈਂ 3 ਘੰਟੇ ਮਿਹਨਤ ਮੈਂ ਕਰਾਂ ਸਟੇਜ 'ਤੇ ਅਤੇ ਉਹਦੀ ਪਰਸੈਂਟੇਜ ਕੋਈ ਹੋਰ ਬੰਦਾ ਲਵੇ। ਹੁਣ ਅੱਜ ਜੋ ਮਰਜ਼ੀ ਜਿਹੜਾ ਮਰਜ਼ੀ ਬੰਦਾ ਕੋਈ ਮੁੱਕਰ ਜਾਂ ਕੁਛ ਕਹਿ ਦੇਵੇ, ਮੇਰੇ ਕੋਲ ਇਹ ਉਹ ਗੱਲਾਂ ਨੇ ਜਿਹੜੀਆਂ ਸੱਚੀਆਂ ਮੈਂ ਸੁਣੀਆਂ ਨੇ, ਜੋ ਕੰਨਾਂ ਨਾਲ ਸੁਣੀਆਂ ਨੇ, ਉਹੀ ਮੈਂ ਤੁਹਾਨੂੰ ਦੱਸ ਰਿਹਾ। ਜੀ ਜੀ। ਮੈਂ ਕਿਹਾ ਜੇ ਤੈਨੂੰ ਮੈਂ ਇਹ 'ਚੋਂ ਬਾਹਰ ਕੱਢ ਦਿਆਂ, ਕਹਿੰਦਾ ਟੇਪਾਂ ਕਰੀ ਜਾਓ। ਟੇਪਾਂ ਕਰੀ ਜਾਓ, ਮੈਨੂੰ ਸ਼ੋਆਂ ਤੋਂ ਛੱਡ ਦਿਓ। ਅੱਛਾ ਜੀ। ਮੈਂ ਵੈਸੇ ਇਹ ਐਗਰੀਮੈਂਟ 'ਚ ਲਿਖਿਆ ਹੋਇਆ ਵੀਰੇ। ਕਹਿੰਦਾ ਮੈਂ ਐਗਰੀਮੈਂਟ ਧਿਆਨ ਨਾਲ ਪੜ੍ਹਿਆ ਨਹੀਂ। ਅੱਛਾ। ਮੈਂ ਤੇਰੇ ਕੋਲ 1 ਮਹੀਨਾ ਪਹਿਲਾਂ ਕਾਪੀ ਉਹਨੂੰ ਦੇਤੀ ਸੀਗੀ। ਅੱਛਾ ਜੀ। ਬਟ ਫਿਰ ਵੀ ਉਹਨੇ ਗੱਲ ਕੀਤੀ। ਚਲੋ ਮੈਂ ਉੱਥੋਂ ਗੱਡੀ ਚੱਕੀ, ਮੈਂ ਸਟੂਡੀਓ ਆ ਗਿਆ। ਗੌਰਵ ਭਾਜੀ ਬੈਠੇ ਨੇ ਸਾਹਮਣੇ, ਪ੍ਰਵੀਨ ਭਾਜੀ ਬੈਠੇ ਨੇ। ਅਤੇ ਮੈਂ ਭਾਜੀ ਮੈਨੂੰ ਵੈਸੇ ਹੀ ਪਤਾ ਕਿ ਉਹ ਬੰਦੇ ਨੇ ਜ਼ਿਆਦਾ ਸ਼ੋਅ ਕਰਨੇ ਨਹੀਂ ਹੈਗੇ। ਉਹ ਮੂਡੀ ਬੰਦਾ, ਹੋ ਸਕਦਾ ਸਾਲ 'ਚ 10 ਸ਼ੋਅ ਕਰੇ, ਹੋ ਸਕਦਾ 5 ਕਰੇ। ਇਹ ਨਹੀਂ ਹੈ ਉਹ ਵੀ ਅੱਜ ਸ਼ੋਅ 'ਤੇ ਗਿਆ ਹੋਇਆ, ਕੱਲ੍ਹ ਨੂੰ ਆਪਾਂ ਇੱਧਰ ਨੂੰ ਭੇਜ ਦਾਂਗੇ, ਪਰਸੋਂ ਨੂੰ ਕਹਾਂਗੇ ਤੂੰ ਇੱਧਰ ਜਾ। ਵੀ ਇਸ ਤਰ੍ਹਾਂ ਦਾ ਉਹ ਵੀ ਨਹੀਂ ਹੈਗਾ। ਅੱਛਾ ਜੀ। ਵੀ ਇੱਕ ਆਪਣੀ ਟੇਪ ਹੈ, ਟੇਪ ਹਿੱਟ ਹੋ ਗਈ ਹੈ, ਆਪਣੇ ਪੈਸੇ ਪੂਰੇ ਹੋ ਗਏ ਨੇ। ਰਿਸਕ ਇਹੀ ਹੁੰਦਾ ਆਪਾਂ ਆਰਟਿਸਟ ਨੂੰ ਕਿਉਂ ਸ਼ੋਅ ਦਾ ਲੈਂਦੇ ਹਾਂ, ਕਿਉਂਕਿ ਅੱਜ ਆਪਾਂ ਉਹ 'ਤੇ ਇੱਕ ਆਹ ਅਮਾਊਂਟ ਲਾ ਰਹੇ ਹਾਂ, ਕੱਲ੍ਹ ਨੂੰ ਕਿਸੇ ਪਾਸਿਓਂ ਸਾਡੇ ਕੋਲ ਅਮਾਊਂਟ ਦੀ ਰਿਸਕ 'ਤੇ ਹੈ ਨਾ, ਅਸੀਂ ਸ਼ੋਅ ਤੋਂ ਉਹਨੂੰ ਕਵਰ ਅਪ ਕਰ ਲਾਂਗੇ। ਅੱਜ ਨਹੀਂ, 2 ਮਹੀਨੇ ਬਾਅਦ, 3 ਮਹੀਨੇ ਬਾਅਦ, 6 ਮਹੀਨੇ ਬਾਅਦ। ਇਸ ਕਰਕੇ ਐਗਰੀਮੈਂਟ ਆਪਾਂ ਕਰਦੇ ਹੁੰਦੇ ਹਾਂ। ਬਟ ਉਹ ਆਪਣੀ ਰਿਕਵਰੀ ਆਪਣੇ ਕੋਲ ਹੋ ਚੁੱਕੀ ਆ। ਸੋਚਿਆ ਉਹਨਾਂ ਨੇ ਥੋੜ੍ਹੀ ਦੇਰ, ਕਹਿੰਦੇ ਯਾਰ ਜੇ ਆਪਾਂ ਇਹਨੂੰ ਛੱਡਤਾ ਅਤੇ ਬਾਕੀ ਆਰਟਿਸਟ ਕੀ ਕਹਿਣਗੇ। ਮੈਂ ਉਹਨਾਂ ਨੂੰ ਮੈਂ ਸਮਝਾ ਦਿੰਦਾ। ਉਹ ਤੋਂ ਬਾਅਦ ਵੀ ਇੱਕ ਸਾਡੀ ਮੀਟਿੰਗ ਹੋਈ, ਉਹ 'ਚ ਮੈਂ ਸ਼ੇਰੇ ਨੂੰ, ਕੁਲਬੀਰ, ਆਈ ਥਿੰਕ ਉਹ ਤੋਂ ਬਾਅਦ ਤਾਂ ਡੋਲੀ ਵੀ ਐਗਰੀਮੈਂਟ 'ਚ ਆ ਗਈ ਸੀ। ਡੋਲੀ ਸਿੰਘ, ਗੁਰਬਾਵਾ, ਇਹ ਆ ਗਏ ਸੀ ਸਾਰੇ ਐਗਰੀਮੈਂਟ 'ਚ। ਸਤਨਾਮ ਹੋਣੀ, ਪੰਜਾਬੀ ਮੁੰਡੇ, ਸਤਨਾਮ ਮੁੱਲਾਂਪੁਰੀ। ਮੈਂ ਹੀ ਮਿੱਤਰੋ ਗੱਲ ਇਸ ਤਰ੍ਹਾਂ ਵੀ ਇਹ ਜਿਸ ਤਰ੍ਹਾਂ ਇਹ ਮੁੰਡੇ ਦੀ ਟੇਪ ਹਿੱਟ ਹੋ ਗਈ ਹੈ ਬੱਬੂ ਦੀ, ਅਤੇ ਇਹਨੂੰ ਆਪਾਂ ਜੇ ਸ਼ੋਅ ਤੋਂ ਛੱਡ ਦਈਏ, ਤੁਹਾਨੂੰ ਕੋਈ ਇਤਰਾਜ਼? ਚੁੱਪ ਸੀਗੇ ਸਾਰੇ। ਮੈਂ ਦੂਜੀ ਸ਼ਰਤ ਇਹ ਹੈ ਵੀ ਕੱਲ੍ਹ ਨੂੰ ਤੁਹਾਡੀ ਕਿਸੇ ਦੀ ਵੀ ਟੇਪ ਇਸ ਲੈਵਲ 'ਤੇ ਵਿਕ ਜਾਂਦੀ ਹੈ ਤਾਂ ਤੁਹਾਨੂੰ ਵੀ ਫਰੀ ਕਰ ਦਾਂਗੇ। ਅੱਛਾ ਜੀ। ਸਾਰੇ ਐਗਰੀਡ। ਇੱਕ ਬੜਾ ਲੌਜੀਕਲ ਜਿਹਾ ਹੋ ਸੀਗਾ। ਬਿਲਕੁਲ ਬਿਲਕੁਲ, ਹੈ ਨਾ। ਚਲੋ ਇਸ ਗੱਲ 'ਤੇ ਸਾਡੀ ਸਹਿਮਤੀ ਬਣੀ। ਬਟ ਬਾਅਦ 'ਚ ਸਮ ਹੋ ਵੀ ਪ੍ਰਵੀਨ ਭਾਜੀ ਔਰ ਗੌਰਵ ਭਾਜੀ ਉਹਨਾਂ ਦੀ ਕੀ ਸਲਾਹ ਹੋਈ ਕੀ ਨਹੀਂ ਮੈਨੂੰ ਨਹੀਂ ਹੁਣ ਮੇਰੇ ਯਾਦ ਨਹੀਂ, ਮੈਂ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਟ ਉਹਨਾਂ ਨੇ ਇਹ 'ਤੇ ਇਸ ਉੱਤੇ ਜਾਣੀ ਜੋ ਇੱਕ ਬਣੀ ਸੀਗੀ ਉਹ 'ਤੇ ਅਮਲ ਨਹੀਂ ਕੀਤਾ ਜੀ, ਜੋ ਇੱਕ ਡੀਲ ਸੀਗੀ ਇਹ। ਹਾਂਜੀ। ਅਤੇ ਬਸ ਉਸ ਤੋਂ ਬਾਅਦ ਫਿਰ ਬੱਬੂ ਵੀ ਕਹਿੰਦਾ ਵੀ ਬਾਈ ਫਿਰ ਓਕੇ, ਇਹਦਾ ਮਤਲਬ ਤਾਂ। ਅਤੇ ਉਹਦਾ ਮਤਲਬ ਜੇ ਆਪਾਂ ਹੁਣ ਉੱਥੇ ਗੱਲ ਕਰੀਏ ਕਿ ਉਸ ਟਾਈਮ ਵੈਸੇ ਸ਼ੋਅ ਦਾ ਕੀ ਚਾਰਜ ਕਰਦੇ ਹੋਵੋਗੇ? ਉਹਨਾਂ ਦੇ 3 ਸ਼ੋਅ ਮੈਨੂੰ ਯਾਦ ਨੇ ਬਿਗਨਿੰਗ ਵਾਲੇ। ਫਸਟ ਸ਼ੋਅ ਮੈਂ ਉਹਨਾਂ ਦਾ 40,000 'ਚ ਬੁੱਕ ਕੀਤਾ ਸੀਗਾ। ਅੱਛਾ ਜੀ। ਇੱਕ 80 'ਚ ਕੀਤਾ ਸੀਗਾ, ਅਤੇ ਇੱਕ ਆਲਮੋਸਟ 1 ਜਾਂ 1:20 ਦੇ ਆਸ-ਪਾਸ। 3 ਸ਼ੋਅ ਮੈਨੂੰ ਯਾਦ ਨੇ। ਐਂ ਹੀ ਵਧਿਆ, ਪਹਿਲਾਂ ਇੰਨੇ 'ਤੇ, ਦੂਜਾ ਇੰਨੇ 'ਤੇ, ਤੀਜਾ ਇੰਨੇ 'ਤੇ, ਇਹੀ ਸੀ। ਅਤੇ ਪਹਿਲੀ ਐਲਬਮ ਤੋਂ ਬਾਅਦ ਮਤਲਬ ਕਿ ਇੰਨਾ ਜ਼ਿਆਦਾ ਹੋਣ ਲੱਗ ਗਿਆ ਹੋਇਆ ਜਲਵਾ ਉਹਦਾ। ਬਈ ਐਸੀ ਸ਼ੋਹਰਤ ਮੈਂ ਬਹੁਤ ਘੱਟ ਬੰਦਿਆਂ ਦੇ ਹਿੱਸੇ ਆਉਂਦੀ ਦੇਖੀ ਆ ਜੋ ਬੱਬੂ ਦੇ ਹਿੱਸੇ ਆਈ ਆ ਜੀ, ਕਿਉਂਕਿ ਕਿਸੇ ਨੇ ਵੀ ਸੋਚਿਆ ਨਹੀਂ ਸੀਗਾ ਜੀ। ਕਿਤੇ ਕਿਤੇ ਬੱਬੂ ਨੂੰ ਲੱਗਦਾ ਹੁੰਦਾ ਸੀ, ਉਹ ਕਈ ਵਾਰ ਸ਼ੋਰ ਹੋ ਜਾਂਦਾ ਸੀ ਮੈਨੂੰ ਦੱਸਦੇ ਉਹਨੇ ਕਹਿਣਾ ਦਵਿੰਦਰ ਵੀਰੇ ਦੇਖੀ ਤੂੰ ਇਹ ਜਿਹੜੇ ਸਾਰੀ ਆਡੀਅנס ਆ ਜਿਹੜੇ ਸਟਾਰ ਨੇ ਅੱਜ ਦੇ, ਇਹ ਤੇਰੇ ਵੀਰ ਨੂੰ ਅੱਗੇ ਬੈਠ ਕੇ ਸੁਣਿਆ ਕਰਨਗੇ, ਦੇਖਿਆ ਕਰਨਗੇ। ਕਈ ਵਾਰ ਤਾਂ ਇੰਨਾ ਕੌਨਫੀਡੈਂਟ ਹੋ ਜਾਂਦਾ ਸੀਗਾ ਜੀ। ਜਿੱਦਣ ਪਹਿਲਾ ਗਾਣਾ ਆਉਂਦਾ ਇਹਦਾ ਨੀਂਦਰਾਂ ਨਹੀਂ ਆਉਂਦੀਆਂ, ਲਿਖ ਨਾ ਤੇਰਾ ਮਿਟਾਉਂਦੀ ਰਹੀ, ਉਸ ਦਿਨ ਰਾਤ ਨੂੰ ਜਿੱਦਣ ਨੈਕਸਟ ਡੇ ਦੂਰਦਰਸ਼ਨ 'ਤੇ ਰਿਲੀਜ਼ ਹੋਣਾ ਸੀਗਾ, ਹਾਂਜੀ ਦੂਰਦਰਸ਼ਨ 'ਤੇ ਆਇਆ ਸੀਗਾ, ਅਤੇ ਰਾਤ ਨੂੰ ਮੇਰੇ ਕੋਲ ਖੰਨੇ ਸਟੇ ਕੀਤੀ ਹੋਈ ਸੀ ਇਹਨੇ। ਅੱਛਾ ਜੀ। ਰਾਤ ਨੂੰ ਇਹਨੇ ਮੈਨੂੰ ਪੁੱਛਿਆ, ਕਹਿੰਦਾ ਬਾਈ ਕੱਲ੍ਹ ਨੂੰ ਮੈਨੂੰ ਪਛਾਣ ਦੇਣਗੇ ਵੀ ਇਹ ਉਹੀ ਮੁੰਡਾ ਜਿਹੜਾ ਗਾਣੇ 'ਚ ਆਉਂਦਾ ਹੈ। ਅੱਛਾ ਜੀ। ਆਮ ਮੈਨੂੰ ਨੋਰਮਲ ਲਾਈਫ 'ਚ ਉਹ ਵੀ ਮੈਨੂੰ ਇੱਕ ਮਾਸੂਮੀਅਤ ਜੀ ਦਿਖੀ, ਇੱਕ ਕਿਉਰਿਓਸਿਟੀ, ਹੈ ਨਾ। ਸੋ ਦੋਨੇ ਪਾਸੇ ਦੇਖਿਆ, ਬਟ ਉਹ ਜ਼ਿਆਦਾਤਰ ਉਹ
ਕਲੀਅਰ ਐ ਸੀਗਾ, ਉਹਨੂੰ ਪਤਾ ਸੀਗਾ ਕਿ ਮੈਂ ਇੱਕ ਟਾਰਗੇਟ ਹੈ ਅਚੀਵ ਕਰਨਾ, ਕੌਨਫੀਡੈਂਟ ਸੀਗਾ। ਭਈ ਇਹ ਗੱਲਾਂ ਵੈਸੇ ਮੈਂ ਬਹੁਤ ਲੋਕਾਂ ਤੋਂ, ਹੁਣ ਪਿੱਛੇ ਜੇ ਲਾਸਟ ਤੁਹਾਡੇ ਤੋਂ ਪਹਿਲਾਂ ਘੁਮਾਨ ਸਾਹਿਬ ਹੈ ਨਾ, ਜਰਨੈਲ ਘੁਮਾਨ ਜੀ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਵੀ ਇੱਕ ਥੰਮ ਨੇ ਬੜੇ ਥੰਮ ਨੇ, CMC ਸੁਰ ਸੰਗਮ ਤੇ ਲੱਕੀ ਸਟਾਰ ਵਰਗੀਆਂ 3 ਕੰਪਨੀਆਂ ਉਹ ਮੈਨੇਜ ਕਰ ਚੁੱਕੇ ਨੇ ਨਾ, ਤੇ ਬਹੁਤ ਹਿੱਟ ਉਹਨਾਂ ਨੇ ਸਿੰਗਰ ਦਿੱਤੇ, ਬਹੁਤ ਹਿੱਟ ਐਲਬਮਸ ਦਿੱਤੀਆਂ ਆਪਣੀ ਰਾਈਟਰ, ਐਜ਼ ਐਨ ਰਾਈਟਰ ਵੀ। ਤੇ ਉਹਨਾਂ ਨੇ ਵੀ ਇੱਕ ਗੱਲ ਕਹੀ ਕਿ ਬੱਬੂ ਮਾਨ ਜੀ ਦੀ ਇੱਕ ਗੱਲ ਮਤਲਬ ਕਿ ਮੰਨਣਯੋਗ ਹੈ ਕਿ ਜਦੋਂ ਮੇਰੇ ਕੋਲ ਵੀ ਕਹਿੰਦੇ ਉਹ ਪਹਿਲਾਂ ਕੈਟਰਿਕ ਤੋਂ ਪਹਿਲਾਂ ਉਹਨਾਂ ਕੋਲ ਅਪਰੋਚ ਹੋਈ ਹੋਣੀ ਹੈ ਨਾ, ਉਹਨੂੰ ਮਿਲ ਕੇ ਜੀ, ਹਾਂ ਉਹਨਾਂ ਨੂੰ ਮਿਲ ਕੇ ਆਏ ਤੇ ਉਹਨਾਂ ਨੇ ਕਹਿੰਦੇ ਕਿ ਅਸੀਂ ਕੈਟਰਿਕ ਦਾ ਰਾਹ ਪਾਇਆ। ਘੁਮਾਨ ਸਾਹਿਬ ਦਾ ਕਹਿਣਾ ਇਹ ਸੀਗਾ ਕਿ ਮੈਂ ਭੇਜਿਆ ਬੱਬੂ ਮਾਨ ਜੀ ਨੂੰ ਕੈਟਰਿਕ ਦੇ ਦਫ਼ਤਰ, ਕਿ ਮੈਂ ਉਹ ਕਹਿੰਦੇ ਸੀਗੇ ਕਿ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਸੀ ਤੇ ਉੱਥੇ ਹੱਥ ਕਰਕੇ ਬੱਬੂ ਮਾਨ ਜੀ ਨੇ ਕਿਹਾ ਸੀਗਾ ਕਿ ਘੁਮਾਨ ਸਾਹਿਬ ਚੱਕ ਲਓ ਬੱਬੂ ਮਾਨ ਨੂੰ, ਬਾਬਾ ਨਾਨਕ ਆਵਾਜ਼ਾਂ ਮਾਰ ਰਿਹਾ ਕਿ ਆ ਜਾ ਆ ਜਾ ਆ ਜਾ, ਹੈ ਨਾ। ਸੋ ਆਹ ਗੱਲ ਉਹਨਾਂ ਨੇ ਕਹੀ ਕਿ ਕੌਨਫੀਡੈਂਸ, ਬੇਸਿਕਲੀ ਇੱਥੇ ਮੈਂ ਗੱਲ ਕਰ ਰਿਹਾ ਕੌਨਫੀਡੈਂਸ ਦੀ। ਮੈਂ ਇੱਥੇ ਇਹ ਵੀ ਅਪਡੇਟ ਕਰਦਾ ਕਿ ਇਹ ਮੈਂ ਦੱਸਣੀ ਭੁੱਲ ਗਿਆ ਕਿ ਉਹ ਪੰਜਾਬ ਦੀਆਂ ਆਲਮੋਸਟ ਸਾਰੀਆਂ ਕੰਪਨੀ ਤੋਂ ਜਵਾਬ ਲੈ ਕੇ ਸਾਡੇ ਕੋਲ ਆਇਆ ਸੀ ਜੀ। ਮੈਨੂੰ ਕਿਉਂਕਿ ਮੇਰੇ ਨਾਲ ਤਾਂ ਉਸ ਟਾਈਮ ਖੁੱਲ੍ਹਿਆ ਹੋਇਆ ਸੀਗਾ, ਮੈਂ ਤੁਹਾਨੂੰ ਇਕੱਲੇ ਬਾਰੇ ਦੱਸਿਆ ਕਿ ਮੈਂ ਹੁਣ ਨਾਂ ਨਹੀਂ ਇੱਥੇ ਲਊਂਗਾ ਕਿ ਇੱਥੋਂ ਆਹ ਜਵਾਬ ਮਿਲਿਆ, ਇੱਥੋਂ ਆਹ ਜਵਾਬ ਮਿਲਿਆ, ਇਹਨੇ ਆਹ ਕਿਹਾ ਗਾਣੇ ਨੇ ਕੋਈ ਜਿਹੜੇ ਚੱਕੀ ਫਿਰਦਾ ਹੈ ਵੀ ਤੂੰ ਇਹਨਾਂ ਨੂੰ ਗਾਣੇ ਕਹਿਣਾ ਜੀ, ਇਹ ਵੀ ਕਿਹਾ ਉਹਨੇ, ਉਹਦੀ ਖੁਦ ਹੀ ਵਰਡਿੰਗ ਹੈ ਮੇਰੇ ਕੋਲ, ਮੈਨੂੰ ਪਤਾ ਹੈ ਨਾ। ਤੇ ਲੈ ਕੇ ਆਏ ਕਟਾਣੀ। ਅੱਛਾ ਜੀ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਟੇਪ ਹਿੱਟ ਹੋ ਗਈ ਹੈ, ਮੈਨੂੰ ਤਾਂ ਪਤਾ ਨਾ। ਤੇ ਭੇਜਿਆ ਘੁਮਾਨ ਸਾਹਿਬ ਨੇ ਸੀਗਾ? ਹੁਣ ਇਹ ਵੀ ਗੱਲ ਕਲੀਅਰ ਕਰ ਦਿਓ। ਮੇਰੇ ਕੋਲ ਕਟਾਣੀ ਲੈ ਕੇ ਆਇਆ। ਅੱਛਾ ਜੀ। ਕਟਾਣੀ ਨੇ ਗੱਲ ਤਾਂ ਹੋਈ ਹੋਣੀ ਕਿ ਮੈਂ ਪਹਿਲਾਂ, ਜਿਵੇਂ ਹੁਣ ਤੁਹਾਨੂੰ ਇਹ ਪਤਾ ਹੈ ਕਿ ਉਹ ਪਹਿਲਾਂ CMC ਦੇ ਵਿੱਚ ਜਾ ਕੇ ਆਏ ਸੀ, ਹੈ ਨਾ। CMC ਦੇ ਵਿੱਚੋਂ ਕੈਟਰਿਕ ਤਾਂ ਕਿਨੇ ਭੇਜਿਆ? ਹੁਣ ਇਹ ਵੀ ਤਾਂ ਗੱਲ ਤੁਹਾਨੂੰ ਕਦੇ ਦਾ, ਕਿਉਂਕਿ ਤੁਹਾਡੇ ਨਾਲ ਇੰਨਾ ਟਾਈਮ ਬਿਤਾਇਆ, ਮੈਨੂੰ ਪਤਾ, ਮੈਨੂੰ ਉਹਨੇ ਦੱਸਿਆ ਉਹ ਕਟਾਣੀ ਕੋਲ ਬੈਠਦਾ ਹੁੰਦਾ ਸੀ ਜਾ ਕੇ ਜੀ। 35 ਸੈਕਟਰ ਕਟਾਣੀ ਸਵੀਟ ਜਿਹੜਾ ਹੈਗਾ, ਹਾਂਜੀ, ਉੱਥੇ ਜ਼ਿਆਦਾਤਰ ਉਹਦਾ ਟਾਈਮ ਸੀਗਾ, ਬਤੀਤ ਕਰਦਾ ਸੀ ਉਹ ਸ਼ਾਮ ਨੂੰ। ਹਾਂਜੀ। ਤੇ ਕਟਾਣੀਓ ਲੈ ਕੇ ਆਇਆ, ਕਟਾਣੀਓ ਮੇਰੇ ਕੋਲ ਬੰਟੀ ਮੈਸ ਨੂੰ ਲੈ ਕੇ ਆਇਆ ਸੀ। ਅੱਛਾ। ਇਹ ਦੋਵੇਂ ਬੰਦੇ ਬੱਬੇ ਦੋਨੇ ਇਹ ਮੇਰੇ ਕੋਲ ਲੈ ਕੇ ਆਏ ਤੇ ਦੋਵੇਂ ਮੇਰੀ ਝੋਲੀ ਪਏ ਇਹ ਜੀ, ਹੈ ਨਾ। ਮੈਨੂੰ ਮਾਣ ਮਿਲਿਆ ਜੋ ਵੀ ਹੈ, ਬਾਬਾ ਜੀ ਨੇ ਭੇਜੇ। ਬਹੁਤ ਸਾਰੇ ਭਾਜੀ ਮਤਲਬ ਕਿ ਆਰਟਿਸਟ ਐਸੀ, ਚਲੋ ਆਪਾਂ ਉਹ ਗੱਲ ਵਿੱਚ ਰੱਖਦੇ ਹਾਂ। ਤੇ ਮੈਂ ਇੱਕ ਗੱਲ ਕਹਿ ਦਾਂ ਕਿ ਇਕੱਲੇ ਬੰਟੀ ਵੈਸ ਦੀ ਔਰ ਮਤਲਬ ਕਿ ਬੱਬੂ ਮਾਨ ਸਾਹਿਬ ਦੀ ਗੱਲ ਨਾ ਕਰੀਏ ਤਾਂ ਬਹੁਤ ਸਾਰੇ ਐਸੇ ਆਰਟਿਸਟ ਨੇ ਜਿਹੜੇ ਤੁਹਾਡੇ ਥਰੂ ਆਏ ਤੇ ਅੱਜ ਬਹੁਤ ਵੱਡੇ ਨਾਮ ਆ ਉਹਨਾਂ ਦੇ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਲਵ ਜੰਡੋ ਬਾਈ ਉਹ ਵੀ ਕਾਫੀ ਦੇਰ ਸੀ। ਮੈਂ ਗੱਲ ਹੁਣ ਕਿਹੜੀ ਚੱਲ ਰਹੀ ਸੀ ਆਪਣੀ? ਬੱਬੂ ਮਾਨ ਜੀ ਦੀ, ਕਿ ਕਟਾਣੀ ਜੀ ਕੋਲ ਬੈਠਦੇ ਸੀ। ਹਾਂ, ਉਹਨਾਂ ਕੋਲ ਬੈਠਦੇ ਸੀ, ਉਹ ਲੈ ਕੇ ਆਏ ਸੀਗੇ। ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਹਰਭਜਨ ਸ਼ੇਰੇ ਦਾ ਵਿਆਹ ਆਇਆ, ਜੱਸੀ ਬਾਈ ਉਹਨਾਂ ਨੂੰ ਵੀ ਪਤਾ। ਉਹਦੀ ਰਿਸੈਪਸ਼ਨ 'ਤੇ ਬੱਬੂ ਮੈਨੂੰ ਕਹਿੰਦਾ ਸਟੇਜ 'ਤੇ, ਕਹਿੰਦਾ ਵੀ ਸਟੇਜ 'ਤੇ ਆ ਜਾ, ਆਪਾਂ ਕਹਿੰਦਾ ਨੱਚਣਾ, ਅੱਧਾ ਪੌਣਾ ਘੰਟਾ ਗਾਹ ਪਾਉਣਾ ਉਰੇ। ਮੈਂ ਕੀ ਗੱਲ? ਕਹਿੰਦਾ ਇੱਥੇ ਆਲਮੋਸਟ ਇੰਡਸਟਰੀ ਦੇ ਉਹ ਸਾਰੇ ਬੰਦੇ ਬੈਠੇ ਨੇ ਸਾਹਮਣੇ ਜਿਨ੍ਹਾਂ ਨੇ ਮੈਨੂੰ ਨਾ ਕੀਤੀ ਸੀ। ਅੱਛਾ ਜੀ। ਫਿਰ ਅਸੀਂ ਪੂਰਾ ਉੱਥੇ ਖੁਰਦਮ ਪਾਇਆ, ਉੱਥੇ ਗਾਣੇ ਗਾਏ ਤੇ ਫਿਰ ਅਸੀਂ ਨੱਚੇ ਵਧੀਆ ਸਟੇਜ 'ਤੇ। ਸੋ ਵਧੀਆ ਫਨ ਸੀਗਾ ਉਹ, ਹੈ ਨਾ। ਅੱਛਾ। ਉਹ ਐਂ ਲੱਗਦਾ ਸੀ ਇੱਕ ਜਿੱਤ ਹੈ, ਇੱਕ ਵਿਨ ਜਿਹੜੀ ਕੀਤੀ ਆ। ਸੋ ਇਹ ਗੱਲਾਂ ਮੈਂ ਕਹਿੰਦਾ ਕਿਸੇ ਨੂੰ ਵੀ ਨਹੀਂ ਪਤਾ ਹੋਣੀਆਂ, ਨਾ ਪਤਾ ਲੱਗ ਸਕਦੀਆਂ ਸੀ, ਕਿਉਂਕਿ ਕਈ ਲੋਕ ਇਹ ਕਹਿੰਦੇ ਆ ਕਿ ਮਤਲਬ ਕਿ ਨਾ ਕਮੈਂਟਾਂ ਦੇ ਵਿੱਚ ਕਿ ਇਹ ਚੈਨਲ ਬੱਬੂ ਮਾਨ ਦੇ ਨਾਮ 'ਤੇ ਚੱਲਦਾ ਆ, ਕੁਛ ਹੀ ਉਹ ਫਲਾਣ ਢਿਮਕਾ। ਬਟ ਇਹ ਗੱਲਾਂ ਹੋ ਪੈਂਦੀਆਂ ਕਿਉਂਕਿ ਕਈ ਆਰਟਿਸਟ ਹੁੰਦੇ ਜਿਹੜੇ ਨਾਮੀ ਵਾਕਈ ਆਏ ਹੋਏ ਹੁੰਦੇ ਹੈ ਨਾ। ਸੋ ਗੱਲਾਂ ਵੀ ਉਹਨਾਂ ਦੀਆਂ ਹੋਣਗੀਆਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਕਰਿਆ ਹੋਊਗਾ, ਹੈ ਨਾ। ਸੋ ਇਹ ਗੱਲਾਂ ਨੇ, ਅੱਜ ਗੱਲਾਂ ਤਾਂ ਹੁੰਦੀਆਂ ਉਹਨਾਂ ਦੀਆਂ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਹਾਸਿਲ ਕੀਤਾ ਹੋਇਆ। ਸੋ ਕੋਈ ਸ਼ੱਕ ਨਹੀਂ, ਮੈਂ ਉਹ ਕਹਿੰਦਾ ਉਹ ਲੈਜੈਂਡ ਹੈ ਉਹ ਇੱਕ, ਹੈ ਨਾ। ਉਹਦੇ ਵਰਗਾ ਵਾਕਈ ਉਹ ਜੋ ਨੇ ਲਿਖਿਆ ਸ਼ੁਰੂਆਤ 'ਚ ਉਹਦੀ ਕਲਮ ਕਿਆ ਬਾਤ ਸੀ। ਹਜੇ ਵੀ ਉਹਦੇ ਕੋਲ ਜਿੰਨਾ ਕੁ ਮੈਨੂੰ ਪਤਾ, ਬੱਬੂ ਦੀ ਗੱਲ ਕਰਦਾ, ਉਹਨਾਂ ਦਿਨਾਂ 'ਚ ਉਹਨੇ ਕਈ ਗਾਣੇ ਮੈਨੂੰ ਇਹੋ ਜਿਹੇ ਸੁਣਾਏ ਹੋਏ ਨੇ ਜਿਹੜੇ ਹਜੇ ਤੱਕ ਰਿਲੀਜ਼ ਨਹੀਂ ਹੋਏ। ਮੈਨੂੰ ਅੱਜ ਵੀ ਲੱਗਦਾ ਕਿ ਉਹ ਗਾਣੇ ਜੇ ਮਾਰਕੀਟ 'ਚ ਆਉਣ ਤਾਂ ਅੱਜ ਵੀ ਤਰਥੱਲੀ ਪਾ ਸਕਦਾ। ਕੀ ਬਾਤ। ਬਹੁਤ ਵੈਸੇ ਪੁਰਾਣਾ ਮੈਟਰ ਹੈ ਨਾ ਬਈ ਉਹਨਾਂ ਦਾ, ਜਿਹੜਾ ਮੈਂ ਦੇਖਿਆ ਕਿ ਸ਼ਾਇਦ ਜਿਹੜੀ ਕੈਟਰਿਕ 'ਚ ਐਲਬਮ ਆਈ ਸੀ ਉਸ ਤੋਂ ਪਹਿਲਾਂ ਵੀ ਇਹਨਾਂ ਦੀ ਐਲਬਮ ਆਈ ਸੀ, ਇੱਕ ਆਈ ਸੀਗੀ, ਪਰ ਉਹ ਚੱਲੀ ਨਹੀਂ ਸੀ। ਨਹੀਂ, ਉਹ ਰਿਲੀਜ਼ ਹੋਈ ਸੀਗੀ ਸ਼ਾਇਦ ਕੈਨੇਡਾ ਰਿਲੀਜ਼ ਕਰਕੇ ਆਇਆ ਸੀ ਇਹ। ਅੱਛਾ ਜੀ। ਇੰਡੀਆ 'ਚ ਨਹੀਂ ਸੀ ਹੋਈ। ਉਹ 'ਚ ਕਮਰ ਇਕਬਾਲ ਸਾਹਿਬ ਦਾ ਮਿਊਜ਼ਿਕ ਸੀਗਾ ਆਈ ਥਿੰਕ। ਇਹ ਜੋ 4 ਗਾਣੇ ਇਸ ਐਲਬਮ 'ਚ ਉਹਨੂੰ ਸੱਜਣ ਰੁਮਾਲ ਦੇ ਗਿਆ ਵੀ ਇਹਦੇ 'ਚ ਸੀਗਾ। 2-3 ਹੋਰ ਗਾਣੇ, ਨੀਂਦਰਾਂ ਨਹੀਂ ਆਉਂਦੇ ਤਾਂ ਫਿਰ ਇਹ ਸੁਰਿੰਦਰ ਬਚਨ ਜੀ ਦੀ ਉਹ ਹੈ ਨਾ। ਅੱਛਾ। ਆਹ ਲਾਈਨ ਉਹਨਾਂ ਦੀ ਐਡੀਸ਼ਨ, ਆਸ਼ਕਾਂ ਦੀ ਲਾਈਨ ਬੜੀ ਲੰਮੀ, ਮੇਰਾ ਖਿਆਲ ਉਹ ਗਾਣਾ ਮੇਰੀ ਵਾਰੀ ਹੈ, ਉਹ ਵੀ ਗਾਣਾ ਉਸ ਐਲਬਮ 'ਚ ਸੀਗਾ ਜੀ। ਸ਼ਾਇਦ ਪਿੰਡ ਪੈਰਾ ਲੱਗਦਾ ਵੀ ਸੀਗਾ ਕਿ ਨਹੀਂ, ਮੇਰਾ ਖਿਆਲ ਮੈਂ ਸੁਣੀ ਨਹੀਂ ਹੈਗੀ, ਮੈਨੂੰ ਯਾਦ ਆ ਥੋੜਾ ਵੀ ਉਹ ਦੱਸਦਾ ਹੁੰਦਾ ਸੀ ਕਿ ਕੈਨੇਡਾ ਰਿਲੀਜ਼ ਕਰਕੇ ਆਇਆ ਮੈਂ। ਕੀ ਬਾਤ ਭਾਜੀ, ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੋਏ, ਕਿਉਂਕਿ ਅੱਜ ਬਹੁਤ ਲੋਕਾਂ ਨੂੰ ਨਵੀਆਂ ਗੱਲਾਂ ਪਤਾ ਲੱਗੀਆਂ, ਕਿਉਂਕਿ ਤਜਿੰਦਰ ਸਿੰਘ ਮਾਨ ਤੋਂ ਬੱਬੂ ਮਾਨ ਤੱਕ ਦਾ ਜਿਹੜਾ ਸਫ਼ਰ ਹੰਡਾਇਆ ਹੈ ਨਾ, ਤੇ ਇਹ ਨਾਮ ਐਡਾ ਵੱਡਾ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਹੈਲਪ ਕੀਤੀ ਸ਼ੁਰੂ ਤੋਂ ਲੈ ਕੇ,
ਪਹਿਲੇ ਦਿਨ ਤੋਂ ਜਿਵੇਂ ਕੈਟਰੈਕ ਦੇ ਵਿੱਚ ਜਦੋਂ ਤੁਹਾਨੂੰ ਪਹਿਲੀ ਵਾਰ ਮਿਲੇ ਤੇ ਫਿਰ ਸਬੱਬ ਬਣਿਆ ਸਾਰਾ, ਐਲਬਮ ਆਈ ਤੇ ਹਿੱਟ ਹੋਏ। ਇੱਕ ਛੋਟੀ ਜਿਹੀ ਕੜੀ ਆ, ਮੈਂ ਬਸ ਐਂ ਕਰ ਲਓ ਤੁਸੀਂ। ਜੀ ਭਾਜੀ, ਤੇ ਅੱਜ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਅੱਜ ਬੈਠ ਕੇ ਗੱਲਾਂ ਬਾਤਾਂ ਮਿਲੀਆਂ, ਕਰਨ ਦਾ ਮੌਕਾ ਮਿਲਿਆ। ਤੇ ਹੁਣ ਆਪਾਂ ਵੀ ਗੱਲਬਾਤ ਕਰਦੇ ਹਾਂ ਤੁਹਾਡੇ ਜਿਹੜੇ ਮਿਊਜ਼ਿਕ ਕਰੀਅਰ ਬਾਰੇ, ਕਿ ਤੁਸੀਂ ਇੰਨੇ ਗਾਣੇ ਹਿੱਟ ਦਿੱਤੇ ਹੈ ਨਾ, ਤੁਹਾਡੇ ਮਿਊਜ਼ਿਕ ਕੀਤੇ ਹੋਏ ਇੰਨੇ ਗਾਣੇ, ਜਿਵੇਂ ਆਪਾਂ ਭਾਵੇਂ ਸਾਰਥੀ ਕੇ ਦੇ ਲਗਾ ਲਈਏ ਜਾਂ ਪੁਰਾਣੇ ਗਾਣਿਆਂ 'ਚੋਂ ਲਗਾ ਲਈਏ, ਪਿੰਡ ਦੇ ਮੁੰਡਿਆਂ ਹੈ ਨਾ, ਉਹ ਵਾਲੀ ਐਲਬਮ ਪੂਰੀ। ਉਸ ਤੋਂ ਬਾਅਦ ਤੇਰੀ ਮੇਰੀ ਮੇਰੀ ਤੇਰੀ ਗੱਲ, ਉਹ ਮੈਨੂੰ ਬਹੁਤ ਸੋਹਣਾ ਲੱਗਦਾ ਪਰਸਨਲੀ ਗਾਣਾ, ਰਾਵੀ ਬਾਲ ਜੀ ਦਾ, ਐਵਰਗ੍ਰੀਨ, ਬਹੁਤ ਘੈਂਟ ਗਾਣਾ, ਬਹੁਤ ਪਿਆਰਾ ਗਾਣਾ ਹੈ ਨਾ। ਤੇ ਉਹ ਇੰਨੇ ਘੈਂਟ ਗਾਣੇ ਦਿੱਤੇ, ਤੇ ਤੁਸੀਂ ਖੁਦ ਕਿਉਂ ਨਹੀਂ ਮਤਲਬ ਕਿ ਸਿੰਗਿੰਗ ਵਾਲੇ ਪਾਸੇ ਨੂੰ ਆਏ? ਕਿਉਂਕਿ ਉਹ ਤੁਸੀਂ ਭੰਗੜਾ ਵੀ ਇੰਨਾ ਵਧੀਆ ਪਾ ਲੈਂਦੇ ਹੋ, ਮਿਊਜ਼ਿਕ ਇੰਨਾ ਘੈਂਟ ਦਿੰਦੇ ਹੋ, ਐਕਟਿੰਗ ਇੰਨੀ ਘੈਂਟ ਕਰਦੇ, ਲਿਖਦੇ ਇੰਨਾ ਘੈਂਟ, ਫਿਰ ਇੱਕ ਸਿੰਗਿੰਗ ਵਾਲਾ ਹੀ ਤਾਂ ਕੰਮ ਰਹਿ ਗਿਆ ਸੀ ਭਾਜੀ। ਸਿੰਗਿੰਗ ਲਈ ਆਵਾਜ਼ ਵੀ ਚਾਹੀਦੀ ਹੈ ਸੱਤੀ ਵੀਰੇ। ਨਹੀਂ ਭਾਈ, ਮਤਲਬ ਉਹਦਾ ਭਾਈ ਤੁਹਾਨੂੰ ਪਤਾ ਅੱਜ ਕੱਲ੍ਹ ਸਾਰਾ ਕੁਝ ਚੱਲਦਾ ਹੀ ਹੈ। ਨਾ ਮੇਰੀ ਆਵਾਜ਼ ਬਣੀ ਹੈ ਮੈਨੂੰ ਲੱਗਦਾ ਵੌਇਸ ਓਵਰ ਲਈ ਜਾਂ ਡਾਇਲੌਗ ਲਈ, ਹੈ ਨਾ। ਤੇ ਨਹੀਂ, ਸਿੰਗਿੰਗ ਮੇਰੇ ਵਾਸਤੇ ਦੀ ਗੱਲ ਨਹੀਂ ਹੈ, ਕਿਉਂਕਿ ਉਹਦੇ ਲਈ ਹਾਈ ਪਿਚ ਨਹੀਂ ਹੈਗਾ। ਇੱਕ ਤਾਂ ਮੈਂ ਬਹੁਤ ਵੈਸੇ ਤਾਂ ਗੁਣਗੁਣਾ ਲਈ ਅੱਜ ਕੱਲ੍ਹ ਤਾਂ ਵੈਸੇ ਜਿਹੜੇ ਮਿਊਜ਼ਿਕ ਡਾਇਰੈਕਟਰ ਜਿੰਨੇ ਵੀ ਹੈਗੇ ਉਹਨਾਂ ਦਾ ਪਹਿਲਾਂ ਹੀ ਹੁੰਦਾ ਕਿ ਇੱਕ ਗਾਣਾ ਹਿੱਟ ਦੇ ਕੇ ਨਾ ਐਜ਼ ਅ ਮਿਊਜ਼ਿਕ ਡਾਇਰੈਕਟਰ, ਉਸ ਤੋਂ ਬਾਅਦ ਇੱਕ ਸਿੰਗਰ ਹੀ ਆਉਣਾ ਆਪਣਾ। ਨਹੀਂ, ਇਹ ਮੈਨੂੰ ਬੰਦੇ ਨੂੰ ਆਪਣੀਆਂ ਕਮੀਆਂ ਪੇਸ਼ੀਆਂ ਬਾਰੇ ਪਤਾ ਹੋਣਾ ਚਾਹੀਦਾ, ਆਪਣੀ ਲਿਮਿਟੇਸ਼ਨਸ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ, ਹੈ ਨਾ। ਸੋ ਮੈਨੂੰ ਪਤਾ ਕਿ ਮੈਂ ਗਾ ਨਹੀਂ ਸਕਦਾ, ਮਸ਼ੀਨੀ ਕਰ ਲੂੰਗਾ ਫਿਰ ਕੀ ਹੈ, ਸੈਟੀਸਫੈਕਸ਼ਨ ਆਪਣੇ ਮਨ ਨੂੰ ਦੇ। ਜਦੋਂ ਸਟੇਜ ਤੇ ਜਾਵਾਂਗੇ ਫਿਰ ਕੀ ਕਰਾਂਗੇ, ਠੀਕ ਆ। ਮੇਰੀ ਆਵਾਜ਼ ਬੇਸ ਵਾਲੀ ਹੈ ਜੀ, ਸੋ ਮੈਂ ਇਹਨੂੰ ਯੂਜ਼ ਕਰੂੰਗਾ, ਵੌਇਸ ਓਵਰ ਲਈ ਯੂਜ਼ ਕਰਾਂਗਾ ਜਾਂ ਡਾਇਲੌਗ ਲਈ ਯੂਜ਼ ਕਰੂੰਗਾ। ਸੋ ਇਹ ਚੀਜ਼ਾਂ ਨੇ। ਸੋ ਉਹ ਮੈਨੂੰ ਬਿਲਕੁਲ ਉਹਦਾ ਨਹੀਂ ਹੈਗਾ, ਮਨ 'ਚ ਵੀ ਨਹੀਂ ਹੈ ਕਿ ਮੈਂ ਕਿਉਂ ਨਹੀਂ। ਹਾਂ, ਕਿਤੇ ਨਾ ਕਿਤੇ ਸੀਗਾ ਕਿਸੇ ਟਾਈਮ ਕਿ ਮੈਂ ਗਾਵਾਂ ਜੀ, ਉਹ ਮੈਂ ਸ਼ੌਂਕ ਆਪਣਾ ਐਜ਼ ਏ ਮਿਊਜ਼ਿਕ ਡਾਇਰੈਕਟਰ ਪੂਰਾ ਕਰ ਰਿਹਾ। ਮੈਂ ਤੁਹਾਤੋਂ ਗਵਾ ਲੂੰਗਾ, ਮੇਰਾ ਸ਼ੌਂਕ ਪੂਰਾ ਹੋ ਜਾਣਾ ਜੀ। ਦੈਟਸ ਇਟ ਭਾਈ, ਮੈਂ ਤਾਂ ਤੁਹਾਨੂੰ ਕਿਹਾ ਸੀ ਮੈਥੋਂ ਗਵਾ ਲਓ, ਮੈਂ ਇੱਕ ਵਾਰ ਤੁਹਾਡੇ ਕੋਲ ਆਇਆ ਵੀ ਸੀ, ਯਾਦ ਤੁਹਾਨੂੰ? ਔਨ ਸਕਰੀਨ ਕਹਿਣਾ ਕਿ ਹੁਣ ਆਪਾਂ ਕਰਾਂਗੇ ਗਾਣਾ ਜੀ। ਪੱਕਾ ਭਾਈ, ਪੱਕਾ। ਹੁਣ ਤਾਂ ਭਾਈ ਮੈਂ ਕਰਵਾ ਲੈਣਾ, ਆਪ ਹੀ ਕਰਾਉਂਗਾ ਉਹਨੂੰ ਕਹਿ ਕੇ। ਪਹਿਲਾਂ ਮੈਂ ਮਤਲਬ ਕਿ ਅੱਜ ਤੋਂ ਮਤਲਬ ਕਿ 4-5 ਸਾਲ ਪਹਿਲਾਂ ਅਸੀਂ ਦੋਵੇਂ ਮਿਲੇ ਸੀਗੇ ਤੇ ਉਦੋਂ ਗਾਣੇ ਦੀ ਪਲੈਨਿੰਗ ਬਣੀ। ਚਲੋ ਮਤਲਬ ਕਿ ਸਮਹਾਉ ਨਹੀਂ ਹੋਈਆਂ ਕੁਝ, ਮਤਲਬ ਕਿ ਐਸੇ ਸੀਨ ਬਣ ਗਏ ਤੇ ਉਸ ਤੋਂ ਬਾਅਦ ਮੈਂ ਵੀ ਸਿੰਗਿੰਗ ਤੋਂ ਥੋੜਾ ਜਿਹਾ ਪਿੱਛੇ ਹਟਦਾ ਗਿਆ, ਬਟ ਹੁਣ ਜ਼ਿਆਦਾ ਫਿਰ ਦੁਬਾਰਾ ਉੱਠ ਗਿਆ ਕਿ ਨਹੀਂ, ਸਿੰਗਿੰਗ ਵਾਲੇ ਪਾਸੇ ਨੂੰ ਆਉਣਾ। ਤੇ ਹੁਣ ਆਪਾਂ ਗਾਣਾ ਪੱਕਾ ਕਰਾਂਗੇ। ਤੇ ਭਾਈ ਹੁਣ ਆਪਾਂ ਗੱਲਬਾਤ ਕਰੀਏ, 2-3 ਗਾਣੇ ਤਾਂ ਮੈਂ ਦੱਸਦੇ ਹਨ, ਬਾਕੀ ਜਿਹੜੇ ਗਾਣੇ ਦਾ ਮੈਂ ਕਹਿੰਦਾ ਜ਼ਿਕਰ ਤੁਸੀਂ ਕਰ ਲਓ, ਕਿਉਂਕਿ ਜਿਹੜੇ ਆਰਟਿਸਟ ਤੁਹਾਡੇ ਦਿਲ ਦੇ ਵੀ ਕਰੀਬ ਰਹੇ ਆ ਜਿਹੜੇ ਬੰਦੇ, ਉਹਨਾਂ 'ਚ ਇੱਕ ਗਾਣਾ ਵਧੀਆ ਸੀ ਵੀਰੇ, ਤੈਨੂੰ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ। ਕੀ ਬਾਤ ਹੈ ਜੀ, ਨਾ। ਉਹ ਗਾਣਾ ਸੀਗਾ ਸ਼ੈਲੀ ਗੱਲ ਦਾ ਜੀ, ਉਹ ਵੀ ਬਹੁਤ ਵਧੀਆ ਮੇਰੇ ਯਾਦਗਾਰੀ ਗਾਣਿਆਂ 'ਚੋਂ ਇੱਕ ਉਹ ਗਾਣਾ। ਇਸ ਗਾਣੇ ਨੂੰ ਸੁਣ ਕੇ ਮੈਨੂੰ ਅਮਰਿੰਦਰ ਗਿੱਲ ਦਾ ਫੋਨ ਆਇਆ ਸੀਗਾ। ਅੱਛਾ ਜੀ। ਮੈਨੂੰ ਕਹਿੰਦਾ ਬਾਈ ਗਾਣਾ ਬਹੁਤ ਸੋਹਣਾ, ਤਾਂ ਮੈਨੂੰ ਯਾਦ ਹੈ ਜੀ ਵੀ ਉਹਦੇ ਬਾਰੇ ਕੰਪਲੀਮੈਂਟ ਮਿਲੇ ਸੀਗੇ। ਬਟ ਉਹ ਕਈ ਸਾਲ MH1 ਤੇ ਕਈ ਸਾਲ ਚੱਲਦਾ ਰਿਹਾ ਹੋਵੇ, ਉਹਦੀ ਰੋਟੇਸ਼ਨ 'ਚ ਸੀ, ਨਾਲੇ ਐ ਨਹੀਂ ਹੈ ਕਿ ਇੱਕ ਅੱਧੀ ਵਾਰ ਕਿਤੇ, ਤੇ ਉਹ ਵਧੀਆ ਗਾਣਾ ਸੀਗਾ। ਦੂਜੇ ਗਾਣੇ ਦਾ ਜ਼ਿਕਰ ਕਰੇ ਤਾਂ ਆਪ ਜੀ ਨੇ ਰਾਵੀ ਬਲ। ਤੇ ਭਾਜੀ ਵੈਸੇ ਇੱਕ ਮੈਂ ਹੋਰ ਗੱਲ ਕਹੂੰਗਾ ਕਿ ਡੇਵੀ ਸਿੰਘ ਹਰ ਇੱਕ ਨੂੰ ਨਾਮ ਵੀ ਪਤਾ ਤੇ ਜਦੋਂ ਨਾਮ ਲਈਏ ਤਾਂ ਚਿਹਰਾ ਵੀ ਸਭ ਦੇ ਸਾਹਮਣੇ ਆ ਜਾਂਦਾ ਜੀ। ਬਟ ਫਿਰ ਵੀ ਮਤਲਬ ਕੰਮ ਦੇ ਵਿੱਚ ਜਿਹੜਾ ਹੈਗਾ ਤੁਸੀਂ ਕੰਮ, ਹਾਲਾਂਕਿ ਗਾਣੇ ਵੀ ਹਿੱਟ ਇੰਨੇ ਜ਼ਿਆਦਾ ਦਿੱਤੇ ਹੈ ਨਾ, ਫਿਰ ਵੀ ਮਤਲਬ ਕਿ ਕੰਟੀਨਿਊਟੀ ਦੇ ਵਿੱਚ ਕਿਉਂ ਨਹੀਂ ਚੱਲ ਰਿਹਾ ਸਾਰਾ ਕੁਝ ਕੰਮ? ਮੈਨੂੰ ਇਹ ਨਹੀਂ ਗੱਲ ਕਈ ਵਾਰ ਸਮਝ ਆਉਂਦੀ ਕਿ ਕਿਉਂ ਮਤਲਬ ਕਿ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਤੁਹਾਡੇ ਬਾਰੇ। ਹੋ ਸਕਦਾ ਹੈ ਮੇਰੇ ਉਹ ਮਿੱਤਰਾਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਇਹ ਬੰਦਾ ਇਹ ਕੰਮ ਨਹੀਂ ਕਰ ਸਕਦਾ, ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੋਣਾ, ਤਾਂ ਕਰਕੇ ਮੈਨੂੰ ਕੰਮ ਨਹੀਂ ਦਿੰਦੇ। ਪਰ ਰੀਜ਼ਨ ਭਾਜੀ ਮਤਲਬ ਕਿ ਮੈਨੂੰ ਤਾਂ ਗਾਣੇ ਇੰਨੇ ਹਿੱਟ ਹੈ ਭਾਜੀ ਸਾਰੇ ਜਿੰਨੇ ਵੀ ਤੁਸੀਂ ਦਿੱਤੇ ਹੈ, ਮਤਲਬ ਕਿ ਕਹਿ ਲਓ ਕਿ ਚੂਜ਼ੀ ਕੰਮ ਕੀਤਾ ਤੁਸੀਂ ਜਿੰਨਾ ਵੀ ਕੀਤਾ, ਇਹ ਕਹਿ ਸਕਦੇ ਆਪਾਂ। ਤੇ ਚੂਜ਼ੀ, ਉਹ ਜਿੰਨੇ ਵੀ ਚੂਜ਼ੀ ਕੰਮ ਕੀਤੇ ਉਹ ਸਾਰੇ ਸੁਪਰ ਡੁਪਰ ਹਿੱਟ ਗਏ ਤਕਰੀਬਨ, ਸੱਚੀ ਭਾਸ਼ਾ ਦੀ ਗੱਲ ਤਕਰੀਬਨ। ਬਟ ਫਿਰ ਵੀ ਮਤਲਬ ਕਿ ਕੰਮ ਦੀ ਕੰਟੀਨਿਊਟੀ ਨਾ ਹੋਣੀ, ਉਹ ਰੀਜ਼ਨ ਉਹ ਹੈ ਕਿ ਆਪ ਵੀ ਨਹੀਂ, ਇੱਕ ਤਾਂ ਇਹ ਹੈ ਕਿ ਕੰਮ ਦੇ ਪਿੱਛੇ ਭੱਜਿਆ ਨਹੀਂ ਜਾਂਦਾ ਹੈਗਾ, ਮਿਹਨਤ ਨਹੀਂ ਕੀਤੀ ਜਾਂਦੀ ਕਿਸੇ ਦੀ ਜਾ ਕੇ, ਜਿਹੜੀ ਕਿ ਇਸ ਇੰਡਸਟਰੀ 'ਚ ਜ਼ਰੂਰੀ ਇੱਕ ਹਥਿਆਰ ਬਣ ਚੁੱਕਿਆ ਹੈ ਨਾ, ਕਿ ਤੁਸੀਂ ਜਦ ਤੱਕ ਕੰਮ ਮੰਗਦੇ ਨਹੀਂ ਤੁਹਾਨੂੰ ਮਿਲਦਾ ਨਹੀਂ ਜੀ। ਸੋ ਉਹ ਆਪ ਕਿਹਾ ਨਹੀਂ ਜਾਂਦਾ ਕਿਸੇ ਨੂੰ, ਕਿਉਂਕਿ ਮੈਂ ਕਿਸੇ ਤੋਂ ਮਿਹਨਤ ਕਰਵਾਈ ਨਹੀਂ। ਜਿੰਨੇ ਵੀ ਆਰਟਿਸਟ ਲਾਂਚ ਹੋਏ ਨੇ ਜਾਂ ਮੈਂ ਦੱਸ ਰਿਹਾ ਜਾਂ ਮੇਰੇ ਕੋਲ ਆਏ ਨੇ, ਇੱਕ ਵਾਰ ਉਹ ਕਹਿ ਦੇਵੇ ਕਿ ਹਾਂ ਬਈ ਇਹ ਬੰਦੇ ਨੇ ਮਿਹਨਤਾਂ ਕਰਵਾਈਆਂ ਨੇ, ਅਸੀਂ ਇਹਦੇ ਪਿੱਛੇ 7 ਸਾਲ ਧੱਕੇ ਖਾਂਦੇ ਰਹੇ, ਨਹੀਂ। ਇੱਕ ਵਾਰ ਆਏ ਨੇ, ਪਹਿਲੀ ਵਾਰ ਉਹਨਾਂ ਦਾ ਆਲਮੋਸਟ ਕੰਮ ਹੋ ਗਿਆ ਕਿ ਜਿੱਥੇ ਮੇਰੇ ਹੱਥ ਵੱਸ ਸੀਗਾ। ਆਮ ਤੌਰ 'ਤੇ ਸਿੰਗਰ ਭਾਜੀ ਲੱਭਦਾ ਹੁੰਦਾ ਹੈ ਕਿ ਮੇਰਾ ਇੱਕ ਗਾਣਾ ਕਿਸੇ ਨੇ ਹਿੱਟ ਦਿੱਤਾ ਤਾਂ ਮੈਂ ਬੈਕ ਟੂ ਬੈਕ ਟੀਮ ਬਣਾ ਕੇ ਕੰਮ ਆਵਾਂ, ਉਹਦੇ ਨਾਲ ਹੀ ਕਰਾਂ ਬਾਰ-ਬਾਰ। ਸੋ ਨਹੀਂ, ਮੈਨੂੰ ਇਸ ਤਰ੍ਹਾਂ ਦਾ ਮੈਂ ਉਸ ਪੱਖੋਂ ਲੱਕੀ ਨਹੀਂ ਰਿਹਾ ਕਿ ਮੈਨੂੰ ਇਹਨਾਂ ਨੇ ਰਿਪੀਟ ਨਹੀਂ ਕੀਤਾ ਹੈ। ਮਤਲਬ ਕਿ ਮੈਂ ਭਾਜੀ ਇੱਕ ਗੱਲ ਮੈਂ ਕਹਿਣਾ ਚਾਹੂੰਗਾ ਕਿ ਵੈਸੇ ਤੁਹਾਡੇ ਮਾਇਨਿਆਂ ਦੇ ਨਾਲ ਇੰਡਸਟਰੀ ਦੇ ਵਿੱਚ ਇਹ ਚੀਜ਼ ਹੈ ਕਿ ਯੂਜ਼ ਐਂਡ ਥਰੋ ਕਰਦੀ ਹੈ, ਕਿ ਆਪਣਾ ਮਤਲਬ ਕੱਢ ਕੇ ਅੱਗੇ ਤੁਰਦੇ ਬਣਦੇ ਨੇ, ਹੈ ਨਾ। ਇਹ ਹੈ, ਇਹ ਫਿਤਰਤ ਹੈ
ਕਿਉਂਕਿ ਤੁਹਾਡਾ ਤਾਂ ਕਿਉਂਕਿ ਐਕਸਪੀਰੀਅੰਸ ਬਹੁਤ ਇਸ ਲਾਈਨ ਦੇ ਵਿੱਚ ਹੋ ਚੁੱਕਿਆ ਤੇ ਬਹੁਤ ਤਜਰਬੇ ਤੁਹਾਡੇ ਨਾਲ ਲਾਈਵ ਦੇ ਐਸੇ ਬੀਤੇ ਵੀ ਹੋਣੀਆਂ, ਹੱਡ ਬੀਤੀਆਂ ਹੋਣੀਆਂ ਕਿ ਜਿਨ੍ਹਾਂ ਤੋਂ ਕਦੇ ਸੋਚ ਕੇ ਤੁਸੀਂ ਮਨ ਪਰੇਸ਼ਾਨ ਵੀ ਹੋ ਜਾਂਦਾ ਤੇ ਕਈ ਵਾਰ ਮਤਲਬ ਕਿ ਹੁੰਦਾ ਹੈ ਕਿ ਯਾਰ ਕਿ ਸ਼ਾਇਦ ਮੈਂ ਗਲਤ ਪਾਸੇ ਆ ਗਿਆ ਜਾਂ ਕੁਝ ਐਦਾਂ ਹੁੰਦਾ ਕਦੇ? ਬਿਲਕੁਲ ਜੀ, ਐਸੀਆਂ ਬਾ ਮਿਸਾਲ ਜਾਣੀ ਕਿ ਸਾਡੇ ਕੋਲ ਉਦਾਹਰਨਾਂ ਵੀ ਨੇ। ਬਾਈ ਸ਼ਮਸ਼ੇਰ ਸੰਧੂ, ਸੁਰਜੀਤ ਬਿੰਦਰਖੀਆ ਬਾਈ, ਅਤੁਲ ਸ਼ਰਮਾ ਜੀ, ਕੈਸੀ ਜੋੜੀ ਸੀਗੀ, ਸ਼ੁਰੂ ਤੋਂ ਲੈ ਕੇ ਐਂਡ ਤੱਕ ਕੰਮ ਕੀਤਾ। ਇਹ ਵੀ ਇੱਥੇ ਹੀ ਆਪਣੇ ਪੋਸੀਬਲ ਹੋਇਆ, ਆਪਣੇ ਦੇਖਦੇ ਹੈ ਨਾ। ਬਾਈ ਸਤਵਿੰਦਰ ਬੁੱਗਾ ਹੋਣੀ ਨੇ ਅਹੂਜਾ ਸਾਹਿਬ ਤੋਂ ਬਿਨਾਂ ਨਹੀਂ ਗਾਇਆ ਉਹਨਾਂ ਨੇ। ਅੱਜ ਵੀ ਉਹ ਕਦੇ ਗੱਲ ਹੁੰਦੀ ਆ, ਉਹ ਕਹਿੰਦੇ ਮੈਂ ਗੁਰੂ ਜੀ ਦਾ ਮਿਊਜ਼ਿਕ ਚਾਹੀਦਾ ਮੈਨੂੰ। ਇਹੋ ਜਿਹੇ ਸਟੈਂਡ ਵਾਲੇ ਬੰਦੇ ਵੀ ਹੈਗੇ ਨੇ ਸਾਡੇ ਕੋਲ ਜੀ, ਹੈ ਨਾ। ਪਰ ਜ਼ਿਆਦਾਤਰ ਯੂਜ਼ ਐਂਡ ਥਰੋ ਵਾਲਾ ਹੀ ਹੈ ਕਿ ਮੇਰਾ ਕੰਮ ਐਤਕੀ ਨਿਕਲ ਗਿਆ, ਅਗਲੀ ਵਾਰ ਮੈਂ ਕੋਈ ਵੱਡਾ ਨਾਂ ਹੋਰ ਫੜਾਂ। ਉਹ ਗੱਲ ਵੱਡੇ ਛੋਟੇ ਨਾਂ ਦੀ ਨਹੀਂ ਹੈਗੀ, ਗੱਲ ਹੈਗੀ ਹੈ ਕੰਮ ਦੀ। ਜੋ ਤੁਸੀਂ ਸੋਚਿਆ ਉਹ ਹੋ ਰਿਹਾ, ਨਾਂ ਨੇ ਤੁਹਾਨੂੰ ਹਿੱਟ ਨਹੀਂ ਕਰਾ ਦੇਣਾ। ਜੇ ਮੈਂ ਆਪ ਨੂੰ ਗੱਲ ਕਰ ਰਿਹਾ, ਸਾਰੇ ਮੇਰੇ ਕੋਲ ਨਵੇਂ ਆਰਟਿਸਟ ਆਏ ਨੇ, ਇਹ ਲੈਜੈਂਡ ਪਹਿਲਾਂ ਥੋੜ੍ਹੀ ਸੀਗੇ ਸਾਰੇ, ਇਹ ਤਾਂ ਬਣੇ ਨੇ। ਬਣੇ ਕਦੋਂ ਨੇ? ਜਦੋਂ ਨੂੰ ਮੌਕਾ ਮਿਲਿਆ। ਜੇ ਹੁਣ ਅਸੀਂ ਸੋਚ ਲੈਂਦੇ ਕਿ ਯਾਰ ਨਵੇਂ ਬੰਦਿਆਂ ਨੇ ਕੰਮ ਹੀ ਨਹੀਂ ਕਰਨਾ ਹੈਗਾ, ਫਿਰ ਇਹ ਬੰਦੇ ਆਉਂਦੇ ਕੋਈ ਇਹਨਾਂ 'ਚੋਂ। ਅਤੇ ਅਸੀਂ ਕਹਿੰਦੇ ਵੀ ਨਹੀਂ ਯਾਰ ਉਹ ਸਟਾਰ ਆ, ਉਹਦੇ ਨਾਲ ਕੰਮ ਕਰਨਾ ਨਹੀਂ। ਅਤੇ ਕੋਈ ਤੁਹਾਨੂੰ ਵੱਡਾ ਨਾਂ, ਵੱਡਾ ਛੋਟਾ ਨਾਂ ਜੋ ਵੀ ਹੈ, ਉਹ ਤੁਹਾਨੂੰ ਕਿਸੇ ਥੋੜ੍ਹੀ ਬਹੁਤੀ ਤੁਸੀਂ ਉਹਦੀ ਹੈਲਪ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਹੋ ਸਕਦੀ ਹੈ, ਪਰ ਤੁਹਾਨੂੰ ਉਹ ਪਾਰ ਨਗਾ ਦੂਗਾ, ਇਹ ਨਹੀਂ ਹੈ ਨਾ। ਸੋ ਇਸ ਕਰਕੇ ਮੈਕਸੀਮਮ ਜਦੋਂ ਪਹਿਲੇ ਮੁੰਡਿਆਂ ਨੂੰ ਲੋੜ ਹੁੰਦੀ ਸੀਗੀ ਕਿ ਯਾਰ ਮਿਊਜ਼ਿਕ ਕਰਵਾਉਣਾ ਰੀਜ਼ਨੇਬਲ ਜੇ ਬਜਟ 'ਚ ਕਰਵਾਉਣਾ, ਚਲੋ ਅੱਛਾ ਵੱਡੇ ਵੀ ਕੋਲ ਚੱਲਦੇ ਹਾਂ। ਜਦੋਂ ਟੇਪ ਹਿੱਟ ਹੋਊਗੀ ਤਾਂ ਫਿਰ ਉਹ ਫਲਾਣਾ ਬੰਦਾ ਜਿਹੜਾ ਉਹਦੇ ਕੋਲ ਚੱਲਦਾ, ਰੇਟ ਵੀ ਦੇ ਦੇਣਗੇ। ਹਾਂ, ਰੇਟ ਵੱਧ ਹੀ ਦੇਣਾ ਉੱਧਰ। ਘੱਟ ਬਜਟ 'ਚ ਉੱਥੇ ਥੋੜ੍ਹੀ ਕਰਨਾ, ਜਾਂ ਉਹਨਾਂ ਨੇ ਥੋੜ੍ਹੀ ਤੁਹਾਡੇ ਨਾਲ ਯਾਰੀਆਂ ਨਿਭਾਉਣੀਆਂ ਨੇ। ਬਾਕੀ ਕੋਈ ਗਿਲਾ ਸ਼ਿਕਵਾ ਕਿਸੇ ਨਾਲ ਨਹੀਂ ਹੈਗਾ, ਅਤੇ ਨਹੀਂ ਹੈਗਾ, ਸੱਚੀ ਨਹੀਂ ਹੈਗਾ ਜੀ। ਮੈਂ ਤਾਂ ਕਈ ਵਾਰ ਇਹ ਸੋਚਦਾ ਸੀ, ਮੈਂ ਕਿਹਾ ਸ਼ਾਇਦ ਡੈਵੀ ਸਿੰਘ ਭਾਜੀ ਨੇ ਪੈਸੇ ਹੀ ਇੰਨਾ ਕਮਾ ਲਿਆ ਇੰਡਸਟਰੀ ਦੇ ਵਿੱਚ ਕਿ ਉਹਨਾਂ ਨੂੰ ਕੰਮ ਦੀ ਲੋੜ ਹੀ ਨਹੀਂ ਪੈਂਦੀ। ਉਹ ਕਹਿੰਦੇ ਕਿ ਨਹੀਂ ਛੱਡੋ ਪਰੇ ਯਾਰ, ਆਪਣੇ ਕੋਲ ਵੈਸੇ ਹੀ ਵਾਧੂ ਪਿਆ। ਪੈਸੇ ਨਹੀਂ ਕਮਾਏ ਵੀਰੇ, ਰਿਲੇਸ਼ਨ ਕਮਾਏ ਨੇ ਬਸ। ਬਟ ਉਹ ਰਿਲੇਸ਼ਨ ਕਰੋੜਾਂ ਦੀ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਹਾਂਜੀ, ਅਰਬਾਂ ਖਰਬਾਂ ਦੇ, ਕਰੋੜਾਂ ਵੀ ਘੱਟ ਗਿਆ ਨਾ। ਮੈਂ ਅਰਬਾਂ ਖਰਬਾਂ ਦੇ ਨੇ ਜਿਹੜੇ ਰਿਲੇਸ਼ਨ ਨੇ ਜੀ, ਜਿੱਥੇ ਉਹ ਰਿਲੇਸ਼ਨ ਕੰਮ ਆ ਜਾਂਦੇ ਨੇ ਉੱਥੇ ਪੈਸਾ ਵੀ ਨਹੀਂ ਕੰਮ ਆਉਂਦਾ ਜੀ। ਅਤੇ ਭਾਅ ਜੀ ਮੈਂ ਵੈਸੇ ਇਹ ਗੱਲ ਮੈਂ ਅਕਸਰ ਸੁਣੀ ਹੈ, ਕਿਉਂਕਿ ਜਿੰਨੇ ਵੀ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਜਿੰਨੇ ਵੀ ਮਤਲਬ ਕਿ ਬੰਦਿਆਂ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਦਾ, ਜਿੰਨੇ ਵੀ ਸਾਡੇ ਮਹਿਮਾਨ ਆਉਂਦੇ ਨੇ ਹੈ ਨਾ ਇੱਥੇ, ਅਤੇ ਸਾਰੇ ਤਕਰੀਬਨ ਇੰਡਸਟਰੀ ਦੇ ਜਿਹੜੇ ਥੰਮ ਨੇ ਹੈ ਨਾ, ਸਾਰੇ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਇਸ ਪੂਰੇ ਮਤਲਬ ਕਿ ਇੰਡਸਟਰੀ ਨੂੰ ਕੁਝ ਦਿੱਤਾ ਹੋਇਆ, ਲੋਕਾਂ ਨੂੰ ਕੁਝ ਦਿੱਤਾ ਹੋਇਆ ਹੈ ਨਾ, ਉਹ ਆਉਂਦੇ ਨੇ। ਅਤੇ ਉਹਨਾਂ ਤੋਂ ਇਹੀ ਤਕਰੀਬਨ ਮਿਲਦਾ ਕਿ ਉਹਨਾਂ ਨੇ ਬੰਦਿਆਂ ਨੇ ਰਿਲੇਸ਼ਨ ਹੀ ਕਮਾਏ ਨੇ। ਅਤੇ ਅੱਜ ਦੀ ਡੇਟ ਦੇ ਵਿੱਚ ਉਹ ਚੀਜ਼ਾਂ ਦੀ ਬਹੁਤ ਕਮੀ ਹੈ ਕਿ ਰਿਸਪੈਕਟ ਔਰ ਰਿਲੇਸ਼ਨ ਬਹੁਤ ਘੱਟ ਨੇ। ਅੱਜ ਕੱਲ੍ਹ ਪ੍ਰੋਫੈਸ਼ਨਲੀ ਟਰੀਟ ਕੀਤਾ ਜਾਂਦਾ ਹਰ ਇੱਕ ਜਗ੍ਹਾ ਨੂੰ, ਕਿ ਜਦੋਂ ਤੁਸੀਂ ਸਟੂਡੀਓ 'ਚ ਕਿਸੇ ਵੜ ਜਾਓ, ਅਗਲੇ ਕਹਿਣਗੇ ਪੈਸੇ ਇੰਨੇ, ਬਸ ਠੀਕ ਹੈ, ਕੰਮ ਕਰਾਓ, ਨਿਕਲੋ। ਬਿਲਕੁਲ ਜੀ। ਬਟ ਤੁਹਾਡੀ ਜਿਹੜੀ ਬਾਅਦ ਦੇ ਵਿੱਚ ਰਿਸਪੈਕਟ ਹੈ ਦਿਲੋਂ, ਉਹ ਕਿਤੇ ਨਹੀਂ ਦਿਖਦੀ ਅੱਜ, ਨਹੀਂ ਦਿਖਦੀ ਭਾਜੀ। ਇਹਦੀ ਕਮੀ ਹੈਗੀ, ਬਾਕੀ ਕਮੀ ਹੈ, ਬਟ ਇਹ ਹੋਣੀ ਚਾਹੀਦੀ ਹੈ। ਇਹ ਇੱਕ ਜੇ ਤੁਸੀਂ ਛੋਟਾ ਜਿਹਾ ਮੈਸੇਜ ਦੀ ਗੱਲ ਕਰੋ, ਹੁਣ ਵਾਲੇ ਬਹੁਤ ਹੀ ਟੈਲੈਂਟਡ ਜਿਹੜੀ ਜਨਰੇਸ਼ਨ ਹੈ, ਵੈਰੀ ਟੈਲੈਂਟਡ, ਬਟ ਉਹਨਾਂ 'ਚ ਇੱਕ ਕਮੀ ਜੇ ਹਲਕੀ ਜਿਹੀ ਹੈਗੀ, ਉਹ ਇਹੀ ਹੈ ਕਿ ਛੇਤੀ ਛੇਤੀ ਇਹਦੇ ਨਾਲ ਮਤਲਬ ਕੱਢਿਆ ਅਤੇ ਇਹਨੂੰ ਸਾਈਡ 'ਤੇ ਰੱਖੋ, ਹੁਣ ਅੱਗੇ ਵਧੀਏ। ਨਹੀਂ, ਜਿਹੜੇ ਤੁਸੀਂ ਪਿੱਛੇ ਆਹ ਪਿੱਲਰ ਛੱਡੀ ਜਾਂਦੇ ਹੋ, ਆਉਣ ਵਾਲੇ ਲਾਈਫ 'ਚ, ਆਉਣ ਵਾਲੇ ਟਾਈਮ 'ਚ ਕਦੋਂ ਇਹ ਬੰਦੇ ਦੀ ਲੋੜ ਪਏਗੀ ਇਹ ਤੁਹਾਨੂੰ ਪਤਾ ਨਹੀਂ ਹੈਗਾ ਜੀ। ਠੀਕ ਹੈ, ਸੋ ਨਾ ਇਹਨਾਂ ਨੂੰ ਨਾ ਭੁੱਲੋ। ਜਿਹੜਾ ਬੰਦਾ ਸ਼ੁਰੂਆਤ 'ਚ ਤੁਹਾਡੇ ਨਾਲ ਹੈ, ਜਿਹੜਾ ਔਖੇ ਟਾਈਮ 'ਚ ਤੁਹਾਡੇ ਨਾਲ ਖੜਾ ਹੈ, ਤੁਸੀਂ ਉਹਨੂੰ ਲੱਤ ਮਾਰ ਰਹੇ ਹੋ, ਸਮਝ ਲਓ ਵੀ ਤੁਸੀਂ ਆਪਣੇ ਫਿਊਚਰ 'ਚ ਆਪਣੇ ਕੁਛ ਵੀ ਕੋ ਬੈਡ ਟਾਈਮ ਲਈ ਤੁਸੀਂ ਤਿਆਰ ਕਰ ਰਹੇ ਹੋ ਆਪਣੇ ਆਪ ਨੂੰ। ਕਿਉਂਕਿ ਅਖੀਰ 'ਚ ਮੁੜ ਕੇ ਜਿਹੜੀ ਚੀਜ਼ ਉੱਪਰ ਜਾ ਰਹੀ ਹੈ, ਉਹਨੇ ਥੱਲੇ ਆਉਣਾ ਹੀ ਆਉਣਾ। ਜਦੋਂ ਥੱਲੇ ਆਉਣਾ ਤਾਂ ਜਿਹੜੇ ਚੜ੍ਹਾਈ ਵਾਲੇ ਤੁਹਾਡੇ ਮਿੱਤਰ ਨਾਲ ਨੇ, ਉਹਨਾਂ ਨੇ ਕਿਸੇ ਨੇ ਸਾਥ ਨਹੀਂ ਦੇਣਾ ਹੈਗਾ। ਉੱਥੇ ਫਿਰ ਤੁਹਾਡੇ ਉਹੀ ਬੰਦੇ ਕੰਮ ਆਉਣਗੇ ਜਿਹੜੇ ਤੁਹਾਡੇ ਨਾਲ ਸ਼ੁਰੂਆਤ 'ਚ ਖੜੇ ਸੀਗੇ, ਜਦੋਂ ਤੁਸੀਂ ਜ਼ੀਰੋ ਤੋਂ ਸ਼ੁਰੂਆਤ ਕਰੀ ਸੀ। ਕਿਉਂਕਿ ਉਹਨਾਂ ਨੂੰ ਜਦ ਵੀ ਤੁਹਾਡੀ ਲੋੜ ਨਹੀਂ ਸੀਗੀ, ਉਹ ਤੁਹਾਡੇ ਨਾਲ ਕੋਈ ਲਾਲਚ ਨਹੀਂ ਸੀਗਾ। ਠੀਕ ਹੈ, ਸੋ ਉਹੀ ਤੁਹਾਡੇ ਅਸਲੀ ਮਿੱਤਰ ਹੁੰਦੇ ਨੇ। ਚੜ੍ਹਾਈ ਤੋਂ ਬਾਅਦ ਮਿੱਤਰ ਨਹੀਂ ਬਣਦੇ, ਉਹ ਤੁਹਾਡੇ ਇੱਕ ਆਲੇ ਦੁਆਲੇ ਇੱਕ ਨਕਲੀ ਜਿਹਾ ਸੰਸਾਰ ਹੁੰਦਾ ਹੈ। ਇੱਕ ਵਾਹ ਪ੍ਰੋਡਕਸ਼ਨ ਹੁੰਦੀ ਹੈ, ਵਾਹ ਕਿਆ ਬਾਤ ਹੈ ਬਾਈ ਜੀ, ਆਹ ਤਾਂ ਕੰਮ ਸਿਰੇ ਹੀ ਲਾਤਾ। ਪੁਰਾਣੇ ਬੰਦੇ ਤੁਸੀਂ ਇਸ ਕਰਕੇ ਵੀ ਕਈਆਂ ਨੂੰ ਤੁਸੀਂ ਲੱਤ ਮਾਰ ਦਿੰਦੇ ਹੋ, ਕਿਉਂਕਿ ਉਹ ਤੁਹਾਨੂੰ ਕਈ ਵਾਰ ਇਹ ਕਹਿੰਦੇ ਨੇ ਕਿ ਬਾਈ ਤੂੰ ਆਹ ਕੰਮ ਨਾ ਕਰ। ਟੋਕਦੇ ਨੇ। ਉਹ ਟੋਕਦੇ ਕਿਹਦੇ ਲਈ ਨੇ? ਤੁਹਾਡੇ ਕਰਕੇ, ਭਲੇ ਲਈ। ਠੀਕ ਹੈ ਨਾ। ਸੋ ਇਸ ਕਰਕੇ ਉਹ ਟੋਕਾ ਟਾਕੀ ਬਹੁਤ ਜ਼ਰੂਰੀ ਹੈ। ਉਹ ਮਿੱਤਰ ਤੁਹਾਡੇ ਜ਼ਿੰਦਗੀ 'ਚ ਹਮੇਸ਼ਾ ਹੋਣੇ ਚਾਹੀਦੇ ਨੇ, ਜਿਹੜੇ ਤੁਹਾਡੇ ਕਿ ਹੈਲਦੀ ਤੁਹਾਡੇ ਕ੍ਰਿਟਿਕ ਹੋਣ, ਜਿਹੜੇ ਜੀ ਉਈਓ ਨਹੀਂ ਜਾਣ ਬੁੱਝ ਕੇ ਨਹੀਂ ਕਿ ਹਾਂ ਵੀ ਆ ਮੈਂ ਕਹਿਤਾ ਵੀ ਅੱਛਾ ਨਹੀਂ ਅੱਜ ਬਾਈ ਆਹ ਸ਼ਰਟ ਨਹੀਂ ਤੈਨੂੰ ਵਧੀਆ ਲੱਗਦੀ, ਇਹ ਨਹੀਂ। ਉਹਦਾ ਲੌਜਿਕ ਹੋਣਾ ਚਾਹੀਦਾ ਕਿ ਇਹਦੇ ਨਾਲ ਸੂਟ ਨਹੀਂ ਕਰਦੀ, ਇਹਦਾ
ਬਿਲਕੁਲ ਬਿਲਕੁਲ ਬਾਈ, ਸਮਝਦੇ ਹੋ ਗੱਲ? ਸਮਝਦਾ ਮੈਂ ਗੱਲ। ਬਸ ਥੋੜੀ ਇੱਕ ਵਧੀਆ ਕ੍ਰਿਟਿਕ ਤੁਹਾਡੇ ਹੋਣ ਤੇ ਉਹ ਤੁਹਾਨੂੰ ਚਾਹੀਦੇ ਨੇ, ਜੇ ਤੁਸੀਂ ਆਲਵੇਜ਼ ਅੱਗੇ ਵਧਦੇ ਰਹਿਣਾ ਜਾਂ ਜੇ ਅੱਗੇ ਵਧਦੇ ਨਹੀਂ ਤਾਂ ਇੱਕ ਜਗ੍ਹਾ ਤੇ ਸਟੇਬਲ ਰਹਿਣਾ ਜੀ, ਤਾਂ ਉਹ ਚਾਹੀਦੇ ਨੇ ਤੁਹਾਨੂੰ ਜੀ ਵਾਵਾ ਪ੍ਰੋਡਕਸ਼ਨ ਨਹੀਂ। ਜੀ ਚਲੋ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਦੇ ਹੋਏ, ਤੇ ਅੱਜ ਟਾਈਮ ਕਿਵੇਂ ਬੀਤ ਗਿਆ ਇਹ ਵੀ ਨਹੀਂ ਪਤਾ ਲੱਗਿਆ। ਤੇ ਹੁਣ ਆਪਾਂ ਗੱਲਾਂ ਬਾਤਾਂ ਨੂੰ ਕਰਨਾ ਹੈ, ਕਿਉਂਕਿ ਇਸ ਜਿਹੜੇ ਪਾਰਟ ਦੇ ਵਿੱਚ ਗੱਲਾਂ ਹੋਈਆਂ ਨੇ ਉਹਦੇ ਵਿੱਚ ਤਾਂ ਸਿਰਫ ਮਿਊਜ਼ਿਕ ਵਾਲੀਆਂ ਹੀ ਗੱਲਾਂ ਹੋਈਆਂ ਨੇ, ਹੈ ਨਾ, ਜਾਂ ਭੰਗੜੇ ਦੀ ਗੱਲਾਂ ਹੋਈਆਂ ਜਾਂ ਮਿਊਜ਼ਿਕ ਦੀਆਂ, ਤੇ ਹਲੇ ਐਕਟਿੰਗ ਵਾਲੀਆਂ ਗੱਲਾਂ ਤੇ ਰਹਿ ਗਈਆਂ। ਹਸ਼ਰ ਬਾਰੇ ਪੁੱਛਣਾ ਹੈ, ਪਿੰਡ ਪਹਿਰਾ ਲੱਗਦਾ ਜਿਹੜਾ ਮੋਡਲਿੰਗ ਕੀਤੀ ਸੀਗੀ ਉਸ ਬਾਰੇ ਪੁੱਛਣਾ ਹੈ, ਤੇ ਹੋਰ ਜਿਹੜੇ ਮਤਲਬ ਕਿ ਜਿਹੜੇ ਨਵੇਂ ਆਉਣ ਵਾਲੇ ਪ੍ਰੋਜੈਕਟਸ ਆ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਨੀਆਂ। ਬਟ ਜਿਹੜੀ ਅੱਜ ਦੀ ਇਹ ਮੁਲਾਕਾਤ ਹੈਗੀ ਹੈ ਇਹਨੂੰ ਇੱਥੇ ਪਾਰਟ ਨੂੰ ਆਪਾਂ ਨੂੰ ਖਤਮ ਕਰਨਾ ਪੈਣਾ, ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਉਹ ਸਾਰੀਆਂ ਬਟ ਪਾਰਟ 2 ਦੇ ਵਿੱਚ। ਤਾਂ ਆਪਾਂ ਅੱਗੇ ਲੈ ਲਈਏ ਜੀ। ਬਿਲਕੁਲ ਜੀ ਬਿਲਕੁਲ, ਹੈ ਨਾ। ਸੋ ਮਿਲਾਂਗੇ ਜੀ ਪਾਰਟ 2 ਦੇ ਵਿੱਚ, ਤੇ ਕਰਾਂਗੇ ਡੇਵਿਡ ਸਿੰਘ ਭਾਈ ਜੀ ਨਾਲ ਹੋਰ ਗੱਲਾਂ ਬਾਤਾਂ। ਸੋ ਉਦੋਂ ਤੱਕ ਬਣੇ ਰਹੋ, ਤੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਡੇਵਿਡ ਸਿੰਘ, ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਮੁਲਾਕਾਤ ਪਸੰਦ ਆਈ ਹੋਵੇਗੀ। ਸੋ ਜਿਹੜੇ ਦੋਸਤਾਂ ਨੇ ਚੈਨਲ ਸਤਰੰਗ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ, ਤਾਂ ਕਿ ਚੈਨਲ ਦੇ ਰਿਗਾਰਡਿੰਗ ਜਿਹੜੇ ਲੇਟੈਸਟ ਅਪਡੇਟ ਨੇ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ। ਧੰਨਵਾਦ।